ਸਾਰਿਆਂ ਨੂੰ ਜੀ ਭੈਣ ਜੀ ਥੋੜਾ ਲੇਟ ਹੋ ਗਿਆ ਕਿਉਂਕਿ ਪ੍ਰੋਗਰਾਮ ਬਹੁਤ ਜ਼ਿਆਦਾ ਬਿਜ਼ੀ ਸੀਗਾ ਤੇ ਹਾਂਜੀ ਆਪਾਂ ਦੱਸਣਾ ਚਾਹੁੰਦੇ ਜੀ ਮੈਂ ਕਾਫੀ ਕੱਲ ਰਾਤ ਵੀ ਸਵੇਰੇ ਵੀ ਤੇ ਭੈਣ ਜੀ ਉਹਨਾਂ ਨੇ ਵੀ ਕੀਤੀਆਂ ਜੀ ਕੁਲਦੀਪ ਸਿੰਘ ਹੋਣਾ ਨੂੰ ਜਿਹੜੇ ASI ਆ ਪਹਿਲਾਂ ਰਿੰਗ ਜਾ ਰਹੀ ਸੀਗੀ ਕਿਉਂਕਿ ਲਿੰਕ ਉਹਨਾਂ ਨੂੰ ਪਹੁੰਚ ਚੁੱਕਾ ਸੀਗਾ ਕੱਲ ਆਪਾਂ ਫੋਨ ਔਨ 에ਅਰ ਬੋਲ ਦਿੱਤਾ ਸ਼ਾਇਦ ਹੋਰ ਸੱਜਣਾ ਮਿੱਤਰਾਂ ਦੀਆਂ ਵੀ ਕਾਲਾਂ ਗਈਆਂ ਹੋਣ ਤੇ ਉਹਨਾਂ ਨੇ ਫੋਨ ਨਹੀਂ ਚੁੱਕਿਆ ਫੋਨ ਸਵਿਚ ਆਫ ਕਰ ਦਿੱਤਾ ਮੈਂ ਦੁਬਾਰਾ ਫੇਰ ਨੰਬਰ ਬੋਲ ਦਿੰਦਾ ਜੀ 98144 ਤੇ 11192 ਉਹਨਾਂ ਦਾ ਨੰਬਰ ਹੈ ਜੇ ਤੁਸੀਂ ਕੋਈ ਕਰ ਸਕਦੇ ਹੋ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਤ ਹੋ ਤੇ ਭੈਣ ਜੀ ਸਵਾਗਤ ਹੈ ਤੁਹਾਡਾ ਜੀ ਉਹਨਾਂ ਨੇ ਫੋਨ ਤਾਂ ਨਹੀਂ ਚੁੱਕਿਆ ਹੁਣ ਅੱਗੇ ਕੀ ਕੀਤਾ ਜਾ ਸਕਦਾ ਕਿ ਕਿਉਂਕਿ ਕਈ ਗੱਲਾਂ ਕੱਲ ਭੈਣ ਜੀ ਹੋਣਾ ਨੇ ਕੀਤੀਆਂ ਨਹੀਂ ਆਫ ਦੀ 에ਅਰ ਦੱਸਿਆ ਜੀ ਇਹਨਾਂ ਨੇ ਵੀ ਇਹਨਾਂ ਦੇ ਨਾਲ ਕਿੱਦਾਂ ਦਾ ਟੌਰਚਰ ਹੋਇਆ ਆ ਇਹਨਾਂ ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਉਹ ਹੋਰ ਜਨਾਨੀਆਂ ਦੇ ਮਗਰ ਫਿਰਦਾ ਆ ਤੇ ਇਹਨਾਂ ਨੇ ਉਹਨਾਂ ਨੂੰ ਰੋਕਿਆ ਜਿਹੜੀ ਸਭ ਤੋਂ ਵੱਧ ਲੜਾਈ ਕੱਲ ਸਮਝਦੇ ਸ਼ਾਇਦ ਜ਼ਮੀਨ ਦਾ ਕਰਕੇ ਹੋਵੇ ਪਰ ਲੜਾਈ ਸਭ ਤੋਂ ਵੱਡੀ ਤੇ ਹੁੰਦੀ ਆ ਕੋਈ ਵੀ ਔਰਤ ਜਿਹੜੀ ਆਪਣਾ ਮਰਦ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕਦੀ ਜੀ ਬਿਲਕੁਲ ਵੀਰ ਜੀ ਤੁਹਾਡੀ ਸਹੀ ਗੱਲ ਆ ਕਿਉਂਕਿ ਕਾਫੀ ਟਾਈਮ ਸਵੇਰੇ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨੰਬਰ ਆਪਣਾ ਸਵਿਚ ਆਫ ਕੀਤਾ ਹੋਇਆ ਸ਼ਾਮੀ ਵੀ ਮੈਂ ਉਹਨਾਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਜਿੱਥੋਂ ਤੱਕ ਅੱਜ ਮੇਰੀ ਨੌਲੇਜ ਦੇ ਵਿੱਚ ਇਹ ਗੱਲ ਆਈ ਕਿ ਜਿਹੜੇ ਡਿਪਾਰਟਮੈਂਟ ਹੁੰਦੇ ਆ CID ਡਿਪਾਰਟਮੈਂਟ ਇਹਦੇ ਵਿੱਚ ਅਲੱਗ-ਅਲੱਗ ਅਦਾਰੇ ਜਿਹੜੇ ਵੱਡੇ ਹੁੰਦੇ ਆ ਜਿਸ ਤਰ੍ਹਾਂ ਮਤਲਬ ਕਹਿ ਲਓ ਕਿ 420 ਚ ਆ ਗਿਆ ਕੋਈ ਪੋਲੀਟੀਕਲ ਚ ਆ ਗਿਆ ਤੇ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਉਹ ਪੋਲੀਟੀਕਲ ਪਾਰਟੀਆਂ ਦਾ ਨਾਲ ਉਹਨਾਂ ਦੀ ਡਿਊਟੀ ਹੁੰਦੀ ਆ ਜਿਸ ਵਜ੍ਹਾ ਕਰਕੇ ਸ਼ਾਇਦ ਉਹ ਬੰਦਾ ਕਿਸੇ ਦੀ ਉਹਦੇ ਤੱਕ ਮਤਲਬ ਕੋਈ ਸੁਣਵਾਈ ਨਹੀਂ ਹੋ ਰਹੀ ਕਿ ਉਹ ਬੰਦਾ ਇਸ ਚੀਜ਼ ਨੂੰ ਆਪਣੀ ਇੱਕ ਪਾਵਰ ਸਮਝਦਾ ਹੈ ਕਿ ਮੈਂ ਕੁਝ ਵੀ ਕਰ ਸਕਦਾ ਇਸ ਵਜ੍ਹਾ ਕਰਕੇ ਵੀ ਉਹ ਬੰਦਾ ਇਗਨੋਰ ਕਰ ਰਿਹਾ ਕਿ ਮੈਨੂੰ ਕੋਈ ਕੁਝ ਕਰ ਨਹੀਂ ਸਕਦਾ ਜੀ ਤੇ ਦੂਸਰੀ ਗੱਲ ਇਹ ਕਿ ਭੈਣ ਜੀ ਉਹਨਾਂ ਦਾ ਇਹ ਕਹਿਣਾ ਵੀ ਉਹਦੇ ਕਾਫੀ ਸਾਰੀਆਂ ਲੇਡੀਜ਼ ਦੇ ਨਾਲ ਰਿਲੇਸ਼ਨ ਆ ਔਰ ਸ਼ਾਇਦ ਉਹਦਾ ਅੱਗੇ ਮੈਨੂੰ ਇਗਨੋਰ ਕਰਕੇ ਜਾਂ ਮੈਨੂੰ ਅਲੱਗ ਕਰਕੇ ਕੋਈ ਹੋਰ ਮੈਰਿਜ ਕਰਵਾਉਣ ਦਾ ਵੀ ਪਲਾਨ ਆ ਇਹ ਤੇ ਹੁਣ ਭੈਣ ਜੀ ਹੁਣੀ ਦੱਸ ਸਕਦੇ ਨੇ ਭੈਣ ਜੀ ਬੋਲੋ हेलो हाँ जी वीर जी वाहिगुरू जी का खालसा वाहिगुरू जी की फतेह हाँ जी वीर जी वाहिगुरू जी का खालसा वाहिगुरू जी की फतेह ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ ਸਵਾਗਤ ਆ ਤੁਹਾਡਾ ਕਿਉਂਕਿ ਗੱਲ ਤੁਸੀਂ ਕੱਲ ਕਲੀਅਰ ਨਹੀਂ ਕੀਤੀ ਫਿਰ ਤੁਸੀਂ ਹੁਣ ਬਾਅਦ ਦੇ ਵਿੱਚ ਦੱਸਿਆ ਵੀ ਜਿਹੜਾ ਅਬੋਰਸ਼ਨ ਆ ਉਹ ਵੀ ਉਹਨਾਂ ਨੇ ਧੱਕੇ ਦੇ ਨਾਲ ਕਰਵਾਇਆ ਵੀ ਜੇ ਤੇਰੇ ਬੱਚਾ ਹੋ ਗਿਆ ਤਾਂ ਸਾਡੇ ਪਰਿਵਾਰ ਨੇ ਤੈਨੂੰ ਲਾਈਕ ਨਹੀਂ ਕਰਨਾ ਤੇਰਾ ਬੱਚਿਆਂ ਦੇ ਨਾਲ ਪਿਆਰ ਨਹੀਂ ਪੈਣਾ ਜੀ हाँ जी वीर जी ये गल भी सही है कि मतलब कि उन्होंने फोन इस करके अपना बंद किया स्विच फोन ते मतलब कि ये कि उन्होंने बहुत सारिया जड़ियां लेडीज ने उन्होंने नाल गलत रिलेशन आ उन्होंने कई बार मेरे को सॉरी भी फिर की सी फिर कहंदे अगे तो मैं इदां नहीं करांगा गलती ते मतलब कि फिर गलती इहदा करदा है ते मतलब कि इस तरह है कि उन्होंने मन डराया कि वो भी जनानियां जड़ियां मेरी जड़ियां पछाण लैण जी ਤੇ ਇਹਨਾਂ ਨੂੰ ਇਹ ਕਿ ਬੇਟਾ ਬਾਹਰ ਭੇਜਤਾ ਮੈਂ ਮਤਲਬ ਕਿ 2017 ਚ ਬੇਟਾ ਬਾਹਰ ਚਲ ਗਿਆ ਆ ਤੇ ਬੇਟੀ ਨੂੰ ਆਈਲੈਟਸ ਕਰਾ ਰਹੇ ਆ ਤੇ ਕਹਿੰਦੇ ਕਿ ਮੈਂ ਮਤਲਬ ਕਿ ਆਪਣੇ ਸੈਟਲਮੈਂਟ ਇਹਨਾਂ ਦੇ ਦਿਮਾਗ 'ਚ ਇਹ ਆ ਹੁਣ ਕੀੜਾ ਲੱਗਾ ਕਿ ਮੈਂ ਆਪਣੀ ਸੈਟਲਮੈਂਟ ਬਾਹਰ ਕਰਨੀ ਆ ਤੇ ਆਪਣੀ ਸੈਟਲਮੈਂਟ ਬਾਹਰ ਕਰਨ ਤੋਂ ਪਹਿਲਾਂ ਜਿਹੜੇ 14 ਸਾਲ ਮੇਰੇ ਖਰਾਬ ਕੀਤੇ ਆ ਉਹ ਇਹ ਬੰਦਾ ਮੈਨੂੰ ਹਿਸਾਬ ਕਿਤਾਬ ਦੇ 14 ਸਾਲਾਂ ਦਾ ਮੈਂ ਹਿਸਾਬ ਕਿਤਾਬ ਮੰਗਦੀ ਆ ਮੈਂ ਜਦੋਂ ਮੈਂ ਨਹੀਂ ਕਿ ਚਲੋ ਮੈਂ ਨਹੀਂ ਚੰਗੀ ਮੈਂ ਗਲਤ ਹੀ ਜਿੱਦਾਂ ਦੀ ਵੀ ਮੈਂ ਹੈਗੀ ਆ ਠੀਕ ਆ ਮਤਲਬ ਕਿ ਤੇ ਜਦੋਂ ਕੋਰਟ ਕੇਸ 125 ਦਾ ਮੈਂ ਲਗਾਇਆ ਸੀ ਖਰਚੇ ਦਾ ਮੈਂ ਤੇ ਮੇਰੇ ਪਿਤਾ ਜੀ ਨੇ ਤੇ ਇਹ ਮੈਨੂੰ 6 ਮਹੀਨਿਆਂ ਬਾਅਦ ਮਤਲਬ ਕਿ ਮੇਰੇ ਨਾਲ ਜ਼ਬਾਨੀ ਕਲਾਮੀ ਸਹਿਮਤੀ ਕਰਕੇ ਮੈਨੂੰ ਯਕੀਨ ਦਿਵਾ ਕੇ ਇਹ ਇੱਥੇ ਬਟਾਲੇ ਰੈਂਟ ਤੇ ਆਏ ਆ ਮੇਰੇ ਨਾਲ ਰਹੇ ਵੀ ਆ 6-7 ਸਾਲ ਤੇ ਉਦੋਂ ਇਹਨਾਂ ਨੂੰ ਮਤਲਬ ਕਿ ਇਹਨਾਂ ਨੂੰ ਇਹ ਪੁੱਛਿਆ ਜਾਏ ਵੀ ਮਤਲਬ ਕਿ ਉਹਦਾ ਤੁਹਾਨੂੰ ਕੋਰਟ ਦੇ ਆਰਡਰ ਹੋਏ ਸੀ ਇਹ ਮੇਰੇ ਨਾਲ ਰਿਲੇਸ਼ਨ ਬਣਾਉਂਦੇ ਰਹੇ ਮੈਨੂੰ ਗਲਤ ਯੂਜ਼ ਕਰਦੇ ਰਹੇ ਉਹ ਤੁਹਾਨੂੰ ਕੋਰਟ ਨੇ ਆਰਡਰ ਕੀਤੇ ਸੀ ਮੇਰਾ 2 ਵਾਰ ਅਬੋਰਸ਼ਨ ਕਰਾਇਆ ਆ ਤੁਹਾਨੂੰ ਕੋਰਟ ਨੇ ਆਰਡਰ ਕੀਤਾ ਸੀ ਉਹ ਜੀ ਤੇ ਵੀਰ ਜੀ ਇਹ ਹੈ ਕਿ ਜਿਹੜੇ ਕੋਰਟ ਦੇ ਆਰਡਰ ਹੋਏ ਆ ਪਰ ਮੰਥ 5000 ਮੇਰਾ ਖਰਚਾ ਲੱਗਾ ਆ 3 ਸਾਲ ਹੋ ਗਏ ਇਹ ਮੈਨੂੰ ਪੇਮੈਂਟ ਨਹੀਂ ਕਰ ਰਹੀ ਪੂਰੇ 3 ਸਾਲ ਵੇਖੋ ਮੈਂ ਲੋਕਡਾਊਨ 'ਚ ਵੀ ਆਪਣਾ ਟਾਈਮ ਮਾੜਾ ਚੰਗਾ ਕਿਸ ਤਰ੍ਹਾਂ ਪਾਸ ਕੀਤਾ ਮੈਂ ਅਚਾਰ ਨਾਲ ਖਾਧੀ ਆ ਕਿਸ ਤਰ੍ਹਾਂ ਵੀ ਇਹ ਤੇ ਪਰ ਮੰਥ ਇਹਨੂੰ ਤੇ 60-70 ਹਜ਼ਾਰ ਰੁਪਇਆ ਪਰ ਮੰਥ ਮਿਲ ਰਿਹਾ ਨਾ ਉਹ 'ਚੋਂ ਜਿਹੜਾ ਮੇਰਾ 5000 ਲੱਗਾ ਸੀ ਖਰਚਾ ਕੋਰਟ ਦੇ ਆਰਡਰ ਸੀ ਉਹ ਹੀ ਮੈਨੂੰ 5000 ਦੇਈ ਜਾਂਦੇ ਜੀ ਕੀ ਮੀਨਿੰਗ से ਮੇਰਾ ਮਤਲਬ ਕਿ ਮੈਨੂੰ ਕਲਾਇੰਟ ਤੇ ਲਿਆ ਕੇ ਸੁੱਟਿਆ ਆ ਤੇ ਮੈਨੂੰ 5000 ਕੋਰਟ ਦਾ ਲੱਗਾ ਖਰਚਾ ਵੀ ਨਹੀਂ ਦੇ ਰਿਹਾ ਕਾਪੀ ਆਰਡਰ ਦੀ ਕਾਪੀ ਮੇਰੇ ਕੋਲ ਪਈ ਆ ਬਿਲਕੁਲ ਜੀ ਮੇਰੀ ਗੱਲ ਜਿਹੜਾ SHO ਸੁਰਿੰਦਰ ਸਿੰਘ ਦੇ ਨਾਲ ਵੀ ਹੋਈ ਭੈਣ ਜੀ ਕਿਹੜੇ ਥਾਣੇ ਦਾ ਇੰਚਾਰਜ ਆ ਉਹ ਕਮਾਂਡ ਪੁਲਿਸ ਸਟੇਸ਼ਨ ਜੀ
ਜੀ ਘੁਮਾਣ ਪੁਲਿਸ ਸਟੇਸ਼ਨ ਦਾ ਇੰਚਾਰਜ ਆ ਜੀ ਉਹ। ਇਹਨਾਂ ਨੇ ਜਦੋਂ ਇਹ ਸਮਾਨ ਲੈ ਕੇ ਗਏ, ਉਹਨਾਂ ਨੇ ਐਪਲੀਕੇਸ਼ਨ ਇੱਕ ਲਿਖਵਾਈ ਕਿ ਕੋਈ ਲੇਡੀ ਜ਼ਬਰਦਸਤੀ ਸਮਾਨ ਲੈ ਕੇ ਆ ਗਈ ਹੈ ਜਿਹੜੀ ਸਾਡੇ ਘਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਔਰ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ 2 ਪੁਲਿਸ ਵਾਲੇ ਭੇਜੇ ਇੱਕ ਲੇਡੀ ਨੂੰ ਅਰੈਸਟ ਕਰਨ ਵਾਸਤੇ ਜੀ। ਇਹਨਾਂ ਨੇ ਕਿਹਾ ਕਿ ਹਾਂਜੀ ਦੱਸੋ, ਕਹਿੰਦੇ ਜੀ ਅਸੀਂ ਤੁਹਾਡੇ ਖਿਲਾਫ ਕੰਪਲੇਂਟ ਆਈ ਹੈ। ਚਲੋ ਫਿਰ ਚੱਲੇ ਗਏ, ਜਦੋਂ ਵੇਖਿਆ ਕਿ ਲੇਡੀ ਹੈ ਇਕੱਲੀ, ਫਿਰ ਇੱਕ ਲੇਡੀ ਕਾਂਸਟੇਬਲ ਆਏ ਲੈ ਕੇ ਆਏ, ਫਿਰ ਇਹਨਾਂ ਨੂੰ ਡਰਾਇਆ ਧਮਕਾਇਆ। ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹਨਾਂ ਦੇ ਮਦਰ ਫਾਦਰ ਵੀ ਘਰ ਸੀਗੇ। ਮਾਂ ਪਿਓ ਜੇ ਅੱਗੇ ਹੋ ਕੇ ਵਿਆਹ ਕਰ ਸਕਦੇ ਆ ਵਿੱਚ ਪੈ ਕੇ, ਤੇ ਫਿਰ ਬਾਅਦ ਵਿੱਚ ਜਦੋਂ ਇਹਨਾਂ ਦੇ ਬੱਚਿਆਂ ਦੇ ਕੋਈ ਖਿਲਾਰੇ ਪੈਂਦੇ ਆ ਉਦੋਂ ਇਹਨਾਂ ਵੀ ਕਹਿ ਸਕਦੇ ਆ ਵੀ ਚਲੋ ਤੁਸੀਂ ਵੀ ਬੈਠੋ ਅਸੀਂ ਵੀ ਬੈਠਦੇ ਆ, ਤੇ ਤੁਹਾਡੀ ਲੜਾਈ ਕਿਹੜੀ ਗੱਲ ਦੀ ਆ, ਅਸੀਂ ਤੁਹਾਡੀ ਸਹਿਮਤੀ ਕਰਵਾਉਨੇ ਆ ਜੀ। ਮਾਂ ਪਿਓ ਜਿਹੜੇ ਅੱਧੀਓ ਜ਼ਿਆਦਾ ਕਮਾਈ ਜਿਹੜੀ ਆ ਉਹ ਤੇ ਆਪਣੇ ਬੇਟੀਆਂ ਦੇ ਵਿਆਹ ਤੇ ਲਾ ਦਿੰਦੇ ਆ। ਜਦੋਂ ਇਹੋ ਜਿਹੀਆਂ ਮੁਸੀਬਤਾਂ ਪੈਂਦੀਆਂ, ਇੱਕ ਹੋਰ ਨਾ ਨਵਾਂ ਇੱਕ ਜਿਹੜਾ ਲੋਕ ਤਰੀਕਾ ਵਰਤਦੇ ਆ, ਉਹ ਕਹਿ ਦਿੰਦੇ ਆ ਜੀ ਦੇਖੋ ਜਦੋਂ ਵਿਆਹ ਕਰਨਾ ਹੁੰਦਾ ਨਾ ਮਾਂ ਪਿਓ ਨੇ, ਉਦੋਂ ਸਹਿਮਤੀ ਦੇ ਨਾਲ ਰਿਸ਼ਤੇ ਕਰਦੇ ਆ। ਜਦੋਂ ਕੋਈ ਹਸਬੈਂਡ ਵਾਈਫ ਦੀ ਕੋਈ ਪ੍ਰੋਬਲਮ ਖੜੀ ਹੋ ਜਾਂਦੀ ਆ, ਉਦੋਂ ਕਹਿ ਦਿੰਦੇ ਆ ਜੀ ਅਸੀਂ ਇਹਨੂੰ ਬੇਦਖਲ ਕੀਤਾ ਹੋਇਆ, ਸਾਡਾ ਕੋਈ ਇਹਦੇ ਨਾਲ ਲੈਣ ਦੇਣ ਨਹੀਂ। ਜੇ ਮੁੰਡਾ ਇਹਨਾਂ ਦਾ ਸਹੀ ਨਹੀਂ ਹੈਗਾ, ਫਿਰ ਕਹਿਣਗੇ ਨਸ਼ਾ ਕਰਦਾ ਜਾਂ ਕੋਈ ਵੈਸੇ ਕੋਈ ਕਰੈਕਟਰ ਵਾਈਜ਼ ਕੋਈ ਹੈਗਾ ਆ, ਤੇ ਫਿਰ ਕਹਿਣਗੇ ਇਹਦਾ ਵਿਆਹ ਕਰ ਦਿਓ ਜੀ, ਇਹ ਸੁਧਰ ਜਾਏਗਾ। ਜਿਸ ਤਰ੍ਹਾਂ ਕਿਸੇ ਦੀ ਧੀ ਜਿਹੜੀ ਆ ਨਾ, ਇਹਨਾਂ ਦੇ ਘਰ ਕੋਈ ਉਹ ਕੁੜੀ ਸੁਧਾਰ ਗ੍ਰਹਿ ਦਾ ਕੋਈ ਕੋਰਸ ਕਰਕੇ ਆਈ ਹੈ ਵੀ ਜਿਹੜੀ ਆ ਕੇ ਤੇ ਇਹਨਾਂ ਦੇ ਔਲਾਦ ਨੂੰ ਸੁਧਾਰੇਗੀ। ਜਿਹਨੂੰ ਤੁਸੀਂ ਪੈਦਾ ਕੀਤਾ, ਤੁਸੀਂ ਪੜਾਇਆ ਲਿਖਾਇਆ, ਤੁਸੀਂ ਨਹੀਂ ਉਹਨੂੰ ਸੁਧਾਰ ਸਕੇ, ਕੋਈ ਬਗਾਨੀ ਧੀ ਆ ਕੇ 2-4 ਮਹੀਨਿਆਂ ਚ ਕਿਵੇਂ ਸੁਧਾਰ ਲੇਗੀ ਉਹਨੂੰ? ਜੀ ਜੀ ਜੀ। ਇਹ ਬੜੀ ਵੱਡੀ ਪ੍ਰੋਬਲਮ ਆ। ਫਿਰ ਕਹਿ ਦੇਣਗੇ ਜੀ ਅਸੀਂ ਇਹਨੂੰ, ਜਦੋਂ ਕੋਈ ਪ੍ਰੋਬਲਮ ਪੈ ਜਾਂਦੀ ਹੈ ਆ, ਦਖਲ ਇਹਨਾਂ ਦਾ ਸਾਰਾ ਹੁੰਦਾ ਆ, ਬਟ ਇਹ ਕਹਿ ਦੇਣਗੇ ਕਿ ਅਸੀਂ ਤੇ ਜੀ ਇਹਨੂੰ ਬੇਦਖਲ ਕੀਤਾ ਹੋਇਆ, ਸਾਡਾ ਤੇ ਨਾਲ ਕੋਈ ਲੈਣ ਦੇਣ ਨਹੀਂ ਹੈ, ਇਹਦੇ ਨਾਲ ਗੱਲ ਕਰੋ। ਬਈ ਜਦੋਂ ਤੁਸੀਂ ਵਿਆਹ ਕਰਦੇ ਹੋ ਉਦੋਂ ਤੁਹਾਡਾ ਲੈਣ ਦੇਣ ਕਿਵੇਂ ਹੁੰਦਾ? ਜੀ। ਤੁਸੀਂ ਇੱਕ ਕੁੜੀ ਨੂੰ, ਇੱਕ ਲੜਕੀ ਜਿਹੜੀ ਆ ਉਹ ਸਾਰਾ ਕੁਝ ਛੱਡ ਕੇ ਇੱਕ ਬੰਦੇ ਦੀ ਖਾਤਰ ਆ ਗਈ, ਤੇ ਤੁਸੀਂ ਉਹਨੂੰ ਬਾਅਦ ਵਿੱਚ ਜਿਹੜਾ ਇਦਾਂ ਦੀਆਂ ਗਲਤੀਆਂ, ਵੇਖੋ ਮਾਪਿਓ ਦੀਆਂ ਵੀ ਬੜੀਆਂ ਵੱਡੀਆਂ ਗਲਤੀਆਂ ਆ। ਇਹ ਵਿਚਾਰੇ ਉੱਥੇ ਖੜੇ ਸੀਗੇ, ਸਮਾਨ ਬਾਹਰ ਪਿਆ ਆ, ਅੱਜ ਬਾਰਿਸ਼ ਹੋਈ, ਰਾਤੀ ਬਾਰਿਸ਼ ਹੋਈ, ਉਹਨਾਂ ਨੂੰ ਇਹ ਟੈਨਸ਼ਨ ਸੀ ਮੈਂ ਬੜੀ ਮਿਹਨਤ ਨਾਲ ਬਣਾਇਆ, ਪਤਾ ਨਹੀਂ ਉੱਥੇ ਕੀ ਬਣਿਆ ਹੋਵੇਗਾ। ਮਾਪਿਓ ਨੂੰ ਵੀ ਚਾਹੀਦਾ ਕਿ ਮਾਪਿਓ ਆਪਣੇ ਬੱਚੇ ਨੂੰ ਸਮਝਾਉਣ ਵੀ ਜੋ ਵੀ ਗੱਲ ਹੈਗੀ ਆ, ਇਹਦਾ ਸਮਾਨ ਅੰਦਰ ਕਰੋ, ਇੱਥੇ ਆਓ ਬੱਚਿਓ ਬੈਠੋ, ਤੁਹਾਡੇ ਚ ਕੀ ਪ੍ਰੋਬਲਮ ਹੋਈ ਆ, ਅਸੀਂ ਤੁਹਾਡਾ ਜੋ ਵੀ ਮਸਲਾ ਹੈਗਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਯੈਸ। ਮਾਂ ਪਿਓ ਕਹਿੰਦੇ ਜੀ ਉਹਦੇ ਨਾਲ ਗੱਲ ਕਰੋ, ਸਾਡਾ ਦੇ ਵਿੱਚ ਕੋਈ ਲੈਣ ਦੇਣੀ ਨਹੀਂ, ਉਹਨੇ ਰੱਖਣਾ ਅਸੀਂ ਥੋੜੀ ਰੱਖਣਾ। ਬਿਲਕੁਲ ਜੀ। ਭੈਣ ਜੀ ਆਪਣੇ ਨਾਲ ਨਾ ਕਾਲਾਂ ਕਾਫੀ ਜੁੜ ਗਈਆਂ, ਆਪਾਂ ਕਾਲਾਂ ਲੈਣੇ ਨਾਲ ਨਾਲ ਤੇ ਦੇਖਦੇ ਆ ਸਾਡੇ ਜਿਹੜੇ ਦਰਸ਼ਕ ਆ ਉਹ ਕੀ ਸੋਚਦੇ ਆ। ਹਾਂਜੀ 8785 ਸਵਾਗਤ ਹੈ ਜੀ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੱਲ ਬਾਈ ਜੀ ਇਹ ਆ, ਹੁਣ ਕੱਲ ਵੀ ਆਪਾਂ ਇਹਨਾਂ ਦੀ ਗੱਲਾਂ ਸੁਣੀਆਂ ਸੀਗੀਆਂ ਹਨਾ ਜੀ। ਅੱਛਾ, ਹੁਣ ਭੈਣ ਤੇ ਹੁਣੇ ਕਹਿੰਦੀ ਹਟੀ ਆ ਕਿ ਵੀ ਦੇਖੋ ਜੀ ਮਾਪੇ ਬਾਅਦ ਚ ਕਹਿੰਦੇ ਆ ਖਰਾਬ ਹੋ ਗਿਆ ਤਾਂ ਵਿਆਹ ਕਰ ਦਿਓ, ਹੁਣ ਇਹ ਵਿਗੜ ਗਿਆ, ਇਸ ਤਰ੍ਹਾਂ ਕਰ ਦਿਓ, ਹੁਣ ਜੀ ਨਹੀਂ ਬਣਦੀਗੀ ਕੁੜੀ ਨਾਲ, ਘਰ ਵਾਲੀ ਨਾਲ ਨਹੀਂ ਬਣਦੀਗੀ, ਮੁੜ ਕੇ ਉਹਨੂੰ ਬਦਖਲ ਕਰ ਦਿਓ ਹਨਾ। ਜੀ ਜੀ। ਅੱਛਾ, ਕੁੜੀ ਦੇ ਮਾਪਿਆਂ ਨੇ ਕਹਿਣਾ ਘੱਟ ਗੁਜ਼ਾਰੀ ਆ, ਉਹ ਹੀ ਕਹਿ ਦੇਣ ਵੀ ਭਾਈ ਅਸੀਂ ਇਹਨੂੰ ਰੱਖਦੇ ਆ ਆਪਦੇ ਮੁੰਡੇ ਦੇ ਵਿੱਚੋਂ ਜ਼ਮੀਨ ਚੋਂ ਹਿੱਸਾ ਦੇ ਦੇਣਾ, ਉੱਥੇ ਜਿਹੜਾ 2-4 ਕਨਾਲ ਆਉਂਦੇ ਵਿੱਚ ਘਰ ਪਾ ਦੇਣਾ। ਜ਼ਿੰਮੇਵਾਰ ਤਾਂ ਭਾਈ ਮਾਪੇ ਹੀ ਆ ਜਿਹਨਾਂ ਨੇ ਕੀਤਾ ਦਾ ਰਸਤਾ। ਜੀ ਜੀ। ਠੀਕ ਆ ਨਾ। ਅੱਛਾ, ਜਿਹੜੀ ਹੁਣ ਭੈਣ ਦੂਜੀ ਕਹਿੰਦੀ ਹੈਗੀ ਕਿ ਵੀ ਮੇਰੇ 14 ਸਾਲ ਗਏ ਹਨਾ, ਉਹ 14 ਸਾਲਾਂ ਨਾਲ ਕੀ ਬਣੂ? 14 ਸਾਲਾਂ ਤੋਂ ਕੁਛ ਮਹੀਨੇ ਉੱਪਰ ਹੋ ਗਏ ਹੋਣਗੇ, 15 ਹੋਣ ਵਾਲੇ ਆ ਗਾ, 15 ਗਣੋ ਗਾ, ਉਸ ਤੋਂ ਬਾਅਦ 16ਵਾਂ ਵੀ ਹੋ ਜਾਣਾ ਜੀ। ਜਦੋਂ ਤੁਸੀਂ ਕਹਿੰਦੇ ਆ, ਇਹ ਕਹਿੰਦੀ ਵੀ ਉਹ ਬੰਦੇ ਦੇ ਹੋਰ ਜਨਾਨੀਆਂ ਨਾਲ ਸੰਬੰਧ ਆ ਜੀ, ਕੁੱਟਦਾ ਮਾਰਦਾ ਇਹਨੂੰ ਆ, ਅਬੋਰਸ਼ਨ ਇਹਦੀ ਕਰਾਤੀ ਆ ਜੀ, ਘਰੇ ਘਰੋਂ ਬਾਹਰ ਸਮਾਨ ਇਹਦਾ ਪਿਆ, ਫੋਨ ਇਹਦਾ ਨਹੀਂ ਚੱਕਦਾ, ਮਿਲਣੇ ਇਹਨੂੰ ਨਹੀਂ ਆਉਂਦਾ, ਇਹ ਕਿਹੜੀ ਖੁਸ਼ੀ ਚ ਕਹਿ ਰਹੀ ਆ ਵੀ ਮੈਨੂੰ ਤਲਾਕ ਨਹੀਂ ਦੇਣਾਗਾ ਜੀ। ਇਹਨਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਵੀਰ ਜੀ, ਤੁਹਾਡੀ ਜਿਹੜਾ ਕੁਐਸਚਨ ਆ ਵਾਜਬਾਤ ਜੀ। ਭੈਣ ਜੀ ਹਾਂਜੀ ਵੀਰ ਜੀ, ਤੁਸੀਂ ਕਿਹਾ ਨਾ ਵੀ ਗੱਲ ਕਿਹਾ ਵੀ ਮੈਂ ਉਹਨੂੰ ਤਲਾਕ ਨਹੀਂ ਦੇਣਾ, ਜਦੋਂ ਤੁਹਾਡੇ ਨਾਲ ਸੰਬੰਧ ਹੀ ਹੈ ਨਹੀਂ, ਤੁਹਾਡੀ ਵੈਲਿਊ ਕੁਛ ਨਹੀਂ ਕੀ, ਫਿਰ ਤੁਸੀਂ ਕਹਿੰਦੇ ਮੈਂ ਤਲਾਕ ਨਹੀਂ ਦੇਣਾ, ਤੇ ਫਿਰ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਵੀਰ ਜੀ ਤਲਾਕ ਤੇ ਇਸ ਕਰਕੇ ਨਹੀਂ ਦੇਣਾ ਚਾਹੁੰਦੇ ਕਿ ਮੈਂ ਇਹਨੂੰ ਮਤਲਬ ਕੀ ਤਲਾਕ ਦੇਵਾਂ, ਕੀ ਮੈਂ ਆਪਣੀ ਲਾਈਫ ਦਾ ਅੱਗੋਂ ਕੀ ਮੈਂ ਆਪਣਾ ਮਤਲਬ ਕੀ ਤਲਾਕ ਦੇ ਕੇ ਇਹਨੂੰ ਕਿੱਥੇ ਜਾਏਗੀ? ਕਿੱਥੇ ਜਾਏਗੀ? ਹੁਣ ਵੀ ਭੈਣ ਜੀ ਧੱਕੇ ਖਾਣ ਲਈ ਹੈ ਨਾ, ਮੇਰੀ ਉਮਰ ਨੂੰ ਤਲਾਕ ਦੇਣ ਦੀ ਨਹੀਂ ਆ। ਨਹੀਂ ਭੈਣ ਜੀ, ਤੁਸੀਂ ਤਾਂ ਹੁਣ ਵੀ ਧੱਕੇ ਖਾਣ ਦੇ, ਜੇ ਤਲਾਕ ਦਿਓਗੇ ਘੱਟੋ ਘੱਟ ਤੁਹਾਨੂੰ ਵੱਧ ਮਿਲੂਗਾ, ਉਹਦੀ ਪ੍ਰਾਪਰਟੀ ਚੋਂ ਵੱਧ ਆਜੂ, ਹਰੇਕ ਚੀਜ਼ ਚੋਂ ਵੱਧ ਆਜੂਗਾ ਜੀ, ਉਹਨੂੰ ਤਾਂ ਵੈਸੇ ਅਕਲ ਆ ਜਾਣੀ ਉਦੋਂ ਹੀ।
ਵੀਰ ਜੀ ਕੋਰਟ ਦੇ ਫੈਸਲੇ ਇੱਕ ਦਿਨ ਚ ਹੋ ਜਾਂਦੇ ਨੇ। ਨਹੀਂ ਉਹ ਤਾਂ ਗੱਲ ਸਹੀ ਹੈ ਬਿਲਕੁਲ। ਜੇ ਇਹਨਾਂ ਨੂੰ ਪੁੱਛੋ, ਜੇ ਕੋਰਟ ਦੇ ਨਹੀਂ ਹੁੰਦੇਗੇ, ਜਦੋਂ ਤੁਹਾਨੂੰ ਉਸੇ ਕੋਰਟ ਨੇ ਤੁਹਾਨੂੰ ਲਾਇਆ ਸੀਗਾ ਵੀ ਭਾਈ ਖਰਚਾ ਲਾਇਆ 5000 ਹੈਗਾ, ਉਸ ਤੋਂ ਬਾਅਦ ਤੁਸੀਂ ਆਪ ਹੀ ਸਹਿਮਤੀ ਕਰਕੇ ਤੂੰ ਚਲੀ ਗਏ, ਫਿਰ ਤੂੰ ਕੋਰਟ ਨੂੰ ਪੁੱਛਿਆ ਸੀ ਵੀ ਭਾਈ ਤੁਸੀਂ ਮੈਨੂੰ ਖਰਚਾ ਲਾਇਆ ਸੀ, ਹੁਣ ਮੈਂ ਮੂੰਹ ਜਵਾਨੀ ਚੱਲੀ ਆ। ਮੂੰਹ ਜਵਾਨੀ ਤੁਸੀਂ ਗਏ ਆ, ਨਾ ਕਿ ਤੁਹਾਨੂੰ ਕੋਰਟ ਨੇ ਭੇਜਿਆ। ਜੇ ਕੋਰਟ ਭੇਜ ਦਿਓ, ਤੁਹਾਨੂੰ ਲਿਖ ਕੇ ਭੇਜਦੀ, ਤੁਹਾਨੂੰ ਰਾਈਟ ਦਿੰਦੀ ਵੀ ਭਾਈ ਇਹਦਾ ਖਰਚਾ ਲੱਗਿਆ ਵਾ, ਜੇ ਤੂੰ ਇਹਨੂੰ ਰੱਖੇਗਾ, ਜੇ ਨਹੀਂ ਰੱਖੇਗਾ ਉਸ ਤੋਂ ਬਾਅਦ ਇਹ ਇਸ ਚੀਜ਼ ਦੀ ਜ਼ਿੰਮੇਵਾਰ ਆ, ਇਹ ਹੱਕਦਾਰ ਆ। ਇਹ ਬਾਅਦ ਚ ਤੁਸੀਂ ਕਿਉਂ ਗਏ ਆ? ਕੋਰਟ ਨੇ ਭਾਜੀ ਉਹਨੂੰ ਇਹ ਵੀ ਆਰਡਰ ਨਹੀਂ ਸੀ ਦਿੱਤਾ ਵੀ ਤੂੰ ਜਾ ਕੇ ਤੀਸਰੇ ਦਿਨ ਉਹਦੇ ਪੈਰਾਂ ਦੇ ਵਿੱਚ ਪੱਗ ਰੱਖ ਦਿਆ ਕਰ। ਜਨਾਨੀ ਇਹ ਵੀ ਸੋਚਦੀ ਹੈ ਕਿ ਮੇਰਾ ਬੰਦਾ ਆ, ਚਲੋ ਅੱਗਾ ਪਿੱਛਾ ਹੋ ਗਿਆ ਕੋਈ ਗੱਲ ਨਹੀਂ, ਅੱਜ ਇਹ ਬੰਦਾ ਮੇਰੇ ਪੈਰਾਂ ਦੇ ਵਿੱਚ ਪੱਗ ਰੱਖ ਕੇ ਮੈਨੂੰ ਲਿਜਾ ਰਿਹਾ ਹੈ, ਮੇਰੀ ਇੱਜ਼ਤ ਹੀ ਕਰੇਗਾ। ਭੈਣ ਮੇਰੀਏ, ਨਾਲੇ ਤਾਂ ਤੁਸੀਂ ਕੋਰਟਾਂ 'ਚ ਤੁਰੀਆਂ ਫਿਰਦੀਆਂ, ਨਾਲੇ ਤੁਸੀਂ ਜਵਾਨੀ ਪੱਗਾਂ ਧਰਾਉਂਦੀਆਂ ਫਿਰਦੀਆਂ। ਇਹ ਕਾਨੂੰਨ ਦੇ ਵਿੱਚ ਹੈਗਾ? ਬਹੁਤ ਵਧੀਆ ਤਰੀਕੇ ਦੇ ਨਾਲ ਗੱਲ ਕਰੋ, ਠੀਕ ਹੈ? ਤੁਸੀਂ ਜਿਹਦੇ ਨਾਲ ਗੱਲ ਕਰ ਰਹੇ ਹੋ, ਮੈਂ ਟੀਮ ਮੈਂਬਰ ਹਾਂ। ਨਹੀਂ ਭੈਣ ਜੀ, ਗੱਲ ਕੁਐਸਚਨ ਉਹਨਾਂ ਦਾ ਜਾਇਜ਼ ਆ। ਨਹੀਂ ਭੈਣ ਜੀ, ਕੁਐਸਚਨ ਉਹਨਾਂ ਦਾ ਜਾਇਜ਼ ਆ, ਸਹੀ ਸਵਾਲ ਕਰ ਰਹੇ ਆ। ਤੁਸੀਂ ਇੱਕ ਪਾਸੇ ਤਾਂ ਮੂੰਹ ਜਵਾਨੀ ਉਹਦੇ ਨਾਲ ਸਮਝੌਤੇ ਕਰ ਰਹੀ ਆ, ਜਾ ਕੇ ਪੈ ਰਹੀ ਆ ਉਹਦੇ ਨਾਲ, ਇੱਕ ਪਾਸੇ ਕੋਰਟ ਦੇ ਵਿੱਚ ਭਾਈ ਲੜ ਰਹੇ ਆ ਤੁਸੀਂ। ਦੋ ਪਾਸੇ ਨਹੀਂ, ਜਾਂ ਤਾਂ ਸਮਾਜ ਦੇ ਵਿੱਚ ਲੜੋ ਜਾਂ ਤੁਸੀਂ ਕੋਰਟ ਦੇ ਵਿੱਚ ਲੜੋ। ਇੱਕ ਚੀਜ਼ ਤੁਹਾਨੂੰ ਅੱਛਾ ਚਲੋ ਮੰਨ ਲਓ, ਤੁਸੀਂ ਦੱਸੋ ਭੈਣ ਜੀ। ਇੱਕ ਮਿੰਟ ਰਾਜਵਿੰਦਰ ਭੈਣ ਜੀ, ਨਹੀਂ ਆਨਸਰ ਉਹ ਦੇਣ ਭੈਣ ਜੀ, ਤੁਸੀਂ ਨਾ ਦਿਓ ਆਨਸਰ, ਉਹ ਦੇਣ। ਬੋਲੋ ਭੈਣ ਜੀ। ਹਾਂਜੀ ਵੀਰ ਜੀ, ਵੇਖੋ ਅੱਜ ਮੇਰਾ ਸਮਾਨ ਬਾਹਰ ਖੜਾ, ਜੇ ਮੇਰੀ ਜੇਬ ਵਿੱਚ ਪੈਸੇ ਹੁੰਦੇ ਤੇ ਮੈਂ ਉੱਥੇ ਨਾ ਜਾਂਦੀ, ਜੇ ਮੈਂ ਕੋਰਟ ਦੇ ਆਰਡਰਾਂ ਦੀ ਵੇਟ ਕਰ ਲੈਂਦੀ। ਮੇਰਾ ਸਮਾਨ ਬਾਹਰ ਪਿਆ, ਮੌਸਮ ਬਾਰਿਸ਼ ਜ਼ਿਆਦਾ ਵੀ ਹੋ ਸਕਦੀ ਆ ਤੇ ਮੇਰਾ ਸਮਾਨ ਖਰਾਬ ਹੋਏਗਾ। ਪਰੇਸ਼ਾਨੀ ਤੇ ਮੈਨੂੰ ਨਾ, ਅੱਜ ਕਿ ਮੈਂ ਆਪਣੀ ਮਿਹਨਤ ਨਾਲ ਸਮਾਨ ਬਣਾਇਆ, ਮੇਰੇ ਪਿਤਾ ਜੀ ਨੇ ਆਪਣੀ ਮਿਹਨਤ ਨਾਲ ਮੈਨੂੰ ਜੋ ਵੀ ਆਪਣੀ ਖੁਸ਼ੀ ਦੇ ਤੌਰ ਤੇ ਸਮਾਨ ਦਿੱਤਾ ਸੀ, ਤੇ ਕੁਛ ਮੈਂ ਆਪਣੀ ਮਿਹਨਤ ਨਾਲ ਬਣਾਇਆ। ਜਿੰਨੇ ਪੈਸੇ ਲਾ ਕੇ ਚੀਜ਼ ਬਣਾਈ ਹੋਏ, ਚਾਹੇ ਚੀਜ਼ ਲੱਖ ਦੀ ਤੇ ਚਾਹੇ ਕੱਖ ਦੀ ਆ, ਉਹਨੂੰ ਪਤਾ ਹੁੰਦਾ ਕਿ ਮੈਂ ਚੀਜ਼ ਕਿੱਦਾਂ ਬਣਾਈ ਮਿਹਨਤ ਕਰਕੇ। ਜੀ ਜੋ ਵੀ ਤੁਸੀਂ ਕੁਝ ਕੀਤਾ ਬਣਾਇਆ, ਬਿਲਕੁਲ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਅਸੀਂ ਤੁਹਾਨੂੰ ਪੁੱਛ ਰਹੇ ਹਾਂ ਕਿ ਦੋ ਵੇ ਨਹੀਂ ਹੁੰਦੇਗੇ। ਜਿਆਦਾ ਇੱਕ ਸਮਾਜਿਕ ਹੁੰਦਾ ਰਸਤਾ ਕਿ ਤੁਸੀਂ ਪੰਚਾਇਤਾਂ ਥਰੂ ਜਾ ਕੇ ਕਰਦੇ ਆ ਸਾਰਾ ਕੁਝ, ਉੱਥੇ ਕੋਰਟ ਦਾ ਕੋਈ ਦਖਲ ਨਹੀਂ ਹੁੰਦਾ। ਦੇਖੋ ਜੀ ਭੈਣ ਜੀ, ਇੱਕ ਮਿੰਟ ਗੱਲ ਸੁਣੋ, ਪੂਰੀ ਗੱਲ ਸੁਣ ਲਓ ਜੀ। ਉੱਥੇ ਕੋਰਟ ਦਾ ਕੋਈ ਦਖਲ ਨਹੀਂ ਹੁੰਦਾ, ਪਰ ਜਦੋਂ ਤੁਸੀਂ ਉੱਥੇ ਸਾਈਨ ਕਰ ਜਾਂਦੇ ਆ ਨਾ ਪੇਪਰਾਂ ਦੇ ਉੱਪਰ, ਉਸ ਤੋਂ ਬਾਅਦ ਦੇ ਵਿੱਚ ਸਮਾਜ ਕੋਈ ਕੱਖ ਨਹੀਂ ਕਰ ਸਕਦਾ। ਤੁਹਾਨੂੰ ਕੋਰਟ ਦੇ ਵਿੱਚੋਂ ਕੇਸ ਵਾਪਸ ਲੈਣਾ ਪਊਗਾ, ਉਸ ਤੋਂ ਬਾਅਦ ਤੁਸੀਂ ਆਪਦਾ ਸਮਾਜਿਕ ਤੌਰ ਤੇ ਰਹਿ ਸਕਦੇ ਆ। ਪਰ ਜੇ ਤੁਸੀਂ ਕੋਰਟ ਦੇ ਵਿੱਚ ਜਾ ਕੇ ਉੱਥੇ ਖਰਚਾ ਤੁਸੀਂ ਲਗਵਾ ਕੇ ਲੈ ਕੇ ਆਏ ਆ, ਫਿਰ 5-5000 ਰੁਪਇਆ ਤੁਸੀਂ ਉਹ ਤੋਂ ਲੈ ਕੇ ਵਰਤ ਰਹੇ ਆ, ਚਾਹੇ ਉਹ ਬਹੁਤ ਸੀ ਜਾਂ ਘੱਟ ਸੀ, ਮੇਰਾ ਉਹਦੇ ਨਾਲ ਕੋਈ ਨਹੀਂਗਾ। ਪਰ ਤੁਹਾਨੂੰ ਉਹਨਾਂ ਨੇ, ਕੋਰਟ ਨੇ ਤੁਹਾਨੂੰ ਖਰਚਾ ਲਾਤਾ। ਖਰਚਾ ਲਾਉਣ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਜਾ ਕੇ ਫਿਰ ਕੋਰਟ ਨੂੰ ਤੁਸੀਂ ਦੱਸੇ ਤੋਂ ਬਗੈਰ ਹੀ ਤੁਸੀਂ ਉਹਦੇ ਨਾਲ ਤੁਰ ਗਏ ਆ ਵੀ ਹਾਂ ਮੈਂ ਤੇਰੇ ਨਾਲ ਰਹਿਣ ਲੱਗੀ ਆ। ਫਿਰ ਤੁਸੀਂ ਕੋਈ ਪੰਚਾਇਤ ਦੇ ਵਿੱਚ ਕੋਈ ਲਿਖ ਕੇ ਗੱਲਬਾਤ ਕੀਤੀ ਆ ਵੀ ਭਾਈ ਜੇ ਤੂੰ ਕੱਲ ਨੂੰ ਐ ਕਰੇਗਾ, ਫੇਰ ਕੱਲ ਨੂੰ ਮੈਨੂੰ ਧੱਕਾ ਦੇਵੇਗਾ, ਤੈਨੂੰ ਆਹ ਕੁਛ ਦੇਣਾ ਪੈਣਾ ਹੈਗਾ। ਕੱਲ ਨੂੰ ਤੁਸੀਂ ਉਸੇ ਪੰਚਾਇਤ ਵਿੱਚ ਜਾ ਕੇ ਤੁਸੀਂ ਉਹਦੇ ਗੱਲ 'ਚ ਹੱਥ ਪਾ ਸਕਦੇ ਸੀ ਵੀ ਭਾਈ ਆਹ ਗੱਲ ਕੀਤੀ ਆ, ਇੱਥੇ ਲਿਖ ਕੇ ਦਿੱਤਾ, ਤੂੰ ਪੰਚਾਇਤ ਨੂੰ ਲਿਖ ਕੇ ਦਿੱਤਾ, ਹੁਣ ਇੱਥੇ ਇੰਨੇ ਪੈਸੇ ਸੱਟ ਜਾਂ ਮੇਰਾ ਹਿੱਸਾ ਸੱਟ। ਹੁਣ ਵੀ ਤੁਹਾਡੇ ਨਾਲ ਇੰਨਾ 14 ਸਾਲ ਤੁਹਾਡੀ ਕਦਰ ਕੋਈ ਨਹੀਂ ਹੋਏਗੀ। 12 ਸਾਲ ਬਾਅਦ ਤਾਂ ਬੰਦਾ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ, ਜੇ ਤੁਹਾਡੀ 14-15 ਸਾਲ ਦੀ ਸੁਣੀ ਫੇਰ ਵੀ ਤੁਸੀਂ ਕਹਿੰਦੇ ਵੀ ਉਹ ਬੰਦੇ ਨੂੰ ਮੈਂ ਡਿਵੋਰਸ ਨਹੀਂ ਦੇਣਾਗਾ, ਫਿਰ ਤੁਸੀਂ ਪਹਿਲੀ ਉਹ ਤੋਂ ਅੱਧੀ ਕਿਵੇਂ ਲੈ ਲਓਗੇ ਬਗੈਰ ਡਿਵੋਰਸ ਤੋਂ? ਧੰਨਵਾਦ ਵੀਰ ਜੀ, ਧੰਨਵਾਦ ਜੀ, ਮਿਹਰਬਾਨੀ ਬਾਈ ਜੀ, ਧੰਨਵਾਦ। ਹਾਂ ਜੀ ਭੈਣ ਜੀ, ਸਾਡੇ ਨਾਲ ਇੱਕ ਕਾਲਰ ਜੁੜੇ ਨੇ ਵੀਰ ਜੀ, ਜਿਹੜਾ ਗੱਲ ਕਰੋ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ ਜੀ। ਹੈਲੋ ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਮੈਂ ਸਾਰਿਆਂ ਦੀਆਂ ਗੱਲਾਂ ਸੁਣੀਆਂ ਨੇ। ਮੈਂ ਵੀ ਇੱਕ ਔਰਤ ਹਾਂ ਭਾਜੀ ਵੀਰ ਜੀ, ਮੇਰੇ ਨਾਲ ਵੀ ਬਹੁਤ ਕੁਝ ਜ਼ਿੰਦਗੀ 'ਚ ਹੋਇਆ ਹੈ ਜੀ, ਪਰ ਜਿਹੜੀ ਦੀਦੀ ਦੀ ਕਹਾਣੀ ਮੈਂ ਕੱਲ ਦੀ ਦੇਖ ਰਹੀ ਨਾ ਸਟੋਰੀ, ਬੜਾ ਦੁੱਖ ਲੱਗਦਾ ਪਿਆ ਆ। ਔਰਤ ਕੋਈ ਪੈਰ ਦੀ ਜੁੱਤੀ ਹੈ ਨਹੀਂ। ਕੋਈ ਟਾਈਮ ਸੀ ਜਦੋਂ ਕਹਿੰਦੇ ਸੀ ਔਰਤ ਪੈਰ ਦੀ ਜੁੱਤੀ ਹੈ ਜੀ, ਉਹ ਆਪਣੇ ਹੱਕਾਂ ਵਾਸਤੇ ਲੜ ਸਕਦੀ ਹੈ, ਠੀਕ ਆ। ਕੋਰਟ ਦਾ ਕੇਸ ਸਹਿਮਤ ਆ ਵੀਰ ਜੀ, ਕਿਸੇ ਟਾਈਮ ਬੰਦੇ ਨੂੰ ਸਮਝ ਨਹੀਂ ਆਉਂਦੀ, ਕਿਸੇ ਟਾਈਮ ਮੈਂ ਵੀ ਇਹਨਾਂ ਰਾਵਾਂ 'ਚ ਲੰਘ ਰਹੀ ਹਾਂ, ਹੋ ਜਾਂਦੀ ਹੈ ਜੀ, ਠੀਕ ਨੀ? ਸਮਝਦੇ ਪਏ ਨਾ ਜੀ ਮੇਰੀ ਗੱਲ? ਇਸ ਕਰਕੇ ਇਹ ਨਹੀਂ ਵੀ ਜਦੋਂ ਔਰਤ ਵਿਆਹੀ ਜਾਵੇ ਪੇਕਿਆਂ ਦੇ ਘਰ ਹੋਵੇ ਇਹ ਪਰਾਇਆ ਧਨ ਨੇ, ਜਦੋਂ ਸਹੁਰਿਆਂ ਘਰ ਜਾਂਦੀ ਹੈ ਇਹ ਪਰਾਏ ਘਰ ਸੀਗੇ। ਤੁਸੀਂ ਮੈਨੂੰ ਪਹਿਲਾਂ ਇਹ ਦੱਸੋ, ਸਮਾਜ ਮੈਨੂੰ ਇਹ ਦੱਸੇ ਕਿ ਔਰਤ ਦਾ ਅਸਲੀ ਘਰ ਕਿਹੜਾ ਹੈ, ਮੈਨੂੰ ਜਵਾਬ ਦੇਣ ਜੀ। ਬਿਲਕੁਲ, ਔਰਤ ਦਾ ਅਸਲੀ ਘਰ ਕਿਹੜਾ ਹੈ? ਨਾ ਉਹਦਾ ਪੇਕਾ ਨਾ ਸਹੁਰਾ। ਜਦੋਂ ਮਰਦੀ ਹੈ ਤੇ ਕਫਨ ਤੱਕ ਨਸੀਬ ਨਹੀਂ ਸਹੁਰਿਆਂ ਦਾ, ਉਹ ਵੀ ਪੇਕੇ ਲੈਣ। ਕਿਉਂ? ਇਹਨੇ ਇਸ ਮਾਂ ਨੇ, ਇਹਨਾਂ ਨੇ ਜਨਮ ਦਿੱਤੇ ਰਿਸ਼ੀ ਮੁਨੀਆਂ ਨੂੰ, ਦੇਵਤਿਆਂ ਨੂੰ, ਗੁਰੂਆਂ ਨੂੰ ਜੀ। ਇਹਦੇ ਵਾਸਤੇ ਘਰ ਸਹੁਰੇ ਪਰਿਵਾਰ 'ਚ ਜਗ੍ਹਾ ਹੀ ਨਹੀਂ ਹੈਗੀ ਜੀ।
ਦੇ ਸਕਦਾ ਕੋਈ ਜਵਾਬ? ਬਿਲਕੁਲ ਜੀ, ਵਾਕਿਆ ਹੀ ਕੁਐਸਚਨ ਬੜਾ ਵੱਡਾ। ਹਾਂਜੀ ਬਿਲਕੁਲ ਧੰਨਵਾਦ ਭੈਣ ਜੀ। ਆਪਾਂ ਨੈਕਸਟ ਕਾਲਾਂ ਵੀ ਸਾਰੀਆਂ ਜਿਹੜੀਆਂ ਆਪਣੀਆਂ ਬਹੁਤ ਬਿਜ਼ੀ ਆ ਤੇ ਕਾਲ ਲੈਂਦੇ ਆ। ਤੁਹਾਡਾ ਜਿਹੜਾ ਕੁਐਸਚਨ ਆਨ 에ਅਰ ਜਾ ਚੁੱਕਾ। ਹਾਂ, ਮੈਨੂੰ ਇਹਦਾ ਜਵਾਬ ਚਾਹੀਦਾ ਤੇ ਮੈਂ ਫੇਰ ਕਾਲ ਤੇ ਆਨੀ ਜੀ ਧੰਨਵਾਦ ਜੀ। ਹਾਂਜੀ 0412 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ PTN 24 ਦਾ ਤੁਹਾਨੂੰ ਫੋਨ ਤੇ ਸੁਣਨ ਵਾਲਾ ਨੰਬਰ ਕਿਹੜਾ? 647 928 1056 647 928 1056 ਜੀ 1056। ਠੀਕ ਆ, ਥੈਂਕ ਯੂ ਜੀ। ਧੰਨਵਾਦ ਧੰਨਵਾਦ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਮਤਲਬ ਨੰਬਰ ਤੋਂ ਗੱਲ ਬੋਲ ਗਏ। ਐਨੀਵੇ ਤੇ ਭਾਈ ਜੀ ਗੱਲ ਇਹ ਹੈ, ਚਲੋ ਇਹਨਾਂ ਨਾਲ ਮਾੜਾ ਹੋਇਆ, ਸਪੋਰਟ ਵੀ ਕਰ ਰਹੇ ਨੇ, ਕਰਨੀ ਵੀ ਚਾਹੀਦੀ ਆ, ਪਰ ਜਿਹੜੀ ਵੱਡੀ ਪ੍ਰੋਬਲਮ ਆ ਨਾ ਜੀ, ਅੱਜ ਉਹ ਕਹਿੰਦੇ ਵੀ ਮੈਂ ਸਟੈਂਡ ਲੈ ਰਹੀ ਹਾਂ ਵੀ ਮੈਂ ਆਪਣੇ ਡਿਵੋਰਸ ਨਹੀਂ ਲੈਣਾ। ਸਟੈਂਡ ਇਹਨਾਂ ਨੂੰ ਉਦੋਂ ਲੈਣਾ ਚਾਹੀਦਾ ਸੀ ਜਦੋਂ ਇਹਨਾਂ ਨੇ ਅਬਾਰਸ਼ਨ ਕਰਾਇਆ ਸੀ, ਕਿਉਂਕਿ ਅਕਾਲ ਪੁਰਖ ਨੇ ਇਹਨਾਂ ਨੂੰ ਸਜ਼ਾ ਦਿੱਤੀ ਆ, ਉਹ ਬਣਦੀ ਵੀ ਸੀਗੀ। ਉਦੋਂ ਇਹਨਾਂ ਨੂੰ ਉਹ ਕੰਮ ਨਹੀਂ ਸੀ ਕਰਨਾ ਚਾਹੀਦਾ। ਇਹ ਭੈਣ ਜੀ ਨੂੰ ਜਿਹੜਾ ਹੈਲਪ ਕਰ ਰਹੇ ਨੇ, ਇਹਨਾਂ ਨੂੰ ਵੀ ਚਾਹੀਦਾ ਵੀ ਲੇਡੀਜ਼ ਨੂੰ ਇਨਕਰੇਜ ਕਰਿਆ ਕਰਨ। ਇੱਕ ਨਿੱਜੀ ਅਬਾਰਸ਼ਨ ਕਰਾਤਾ ਜੀ, ਮਜਬੂਰੀ ਸੀ ਜਾਂ ਧੱਕੇ ਨਾਲ ਕਰਾਤਾ ਸੀ, ਉਦੋਂ ਸਟੈਂਡ ਲੈਂਦੇ, ਫਿਰ ਉਦੋਂ ਇਹਨਾਂ ਦਾ ਘਰ ਬਣਨਾ ਸੀ। ਜਿਹੜਾ ਭੈਣ ਜੀ ਪੁੱਛ ਰਹੇ ਨੇ ਔਰਤ ਦਾ ਘਰ ਕਿਹੜਾ। ਜਿਹੜੀਆਂ ਲੇਡੀਜ਼ ਸਟੈਂਡ ਲੈਂਦੀਆਂ ਨਾ, ਸਾਰਾ ਕੁਝ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਦੇ ਘਰ ਬਣਦੇ ਨੇ, ਕਦੇ ਟੁੱਟਦੇ ਨਹੀਂ ਹੁੰਦੇ ਹਨਾ। ਉਹ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਆ। ਤੇ ਚਲੋ ਪ੍ਰਮਾਤਮਾ ਦਾ ਕਰੇ ਜਾਂ ਕੁਝ ਕਿਸੇ ਦਾ ਨਾ ਹੋਵੇ, ਪਰ ਉੱਥੇ ਔਰਤ ਨੂੰ ਸਟੈਂਡ ਲੈਣਾ ਬਣਦਾ ਜੀ। ਧੰਨਵਾਦ ਜੀ। ਧੰਨਵਾਦ ਜੀ। ਵੈਸੇ ਵੀ ਜੇ ਉਹ ਪੁਲਿਸ ਦੇ ਵਿੱਚ ਆ ਤੇ ਸਜ਼ਾ ਬਣਦੀ ਆ ਜੀ ਉਹਨਾਂ ਨੂੰ, ਜੇ ਉਹਨਾਂ ਨੇ ਇਦਾਂ ਦੀ ਹਰਕਤ ਕੀਤੀ ਆ। ਤੇ ਆਪਣੇ ਨਾਲ SBM ਰਜੂਨਾ ਤੋਂ ਜੁੜ ਚੁੱਕੇ ਜੀ ਸਰੂਜਾ ਜੀ ਹੁਣੀ। ਇੱਕ ਕਾਲ ਤੋਂ ਬਾਅਦ ਆਪਾਂ ਉਹਨਾਂ ਨੂੰ ਔਨ 에ਅਰ ਕਰਦੇ ਹਾਂ। ਹਾਂਜੀ 2156 ਸਵਾਗਤ ਹੈ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਮੈਂ ਇਹਨਾਂ ਦੀ ਸਟੋਰੀ ਸੁਣਦਾ। ਪਹਿਲਾਂ ਤਾਂ ਉਸ ਬੰਦੇ ਨੇ ਇਹਨਾਂ ਨੂੰ ਕਿਸੇ ਵੀ ਕੋਈ ਪ੍ਰੂਫ ਨਹੀਂ ਦਿੱਤਾ ਵੀ ਇਹ ਉਹਨਾਂ ਦੀ ਵਾਈਫ ਆ ਜੀ। ਨਾ ਕਹਿੰਦੇ ਆਧਾਰ ਕਾਰਡ ਆ, ਨਾ ਕੁਛ ਹੋਰ ਆ। ਇਹਨਾਂ ਨੂੰ ਪਹਿਲਾਂ ਤਾਂ ਇਹ ਸਬੂਤ ਦੇਣਾ ਚਾਹੀਦਾ ਵੀ ਮੈਂ ਉਹਨਾਂ ਦੀ ਵਾਈਫ ਆ। ਜਿੱਦਾਂ ਕੋਈ ਮੈਰਿਜ ਸਰਟੀਫਿਕੇਟ ਹੁੰਦਾ, ਕਾਗਜ਼ੀ ਪੱਤਰ ਇਦਾਂ ਦੇ ਹੋਣ। ਉਸ ਤੋਂ ਬਾਅਦ ਇਹਨਾਂ ਨੇ ਡਿਵੋਰਸ ਲੈਣਾ, ਉਹਦੇ ਕੋਲ ਰਹਿਣਾ ਆ, ਉਹ ਤੋਂ ਖਰਚਾ ਲੈਣਾ। ਉਹ ਸਾਰੀਆਂ ਗੱਲਾਂ ਬਾਅਦ ਚ ਚੱਲਣੀਆਂ। ਹੁਣ ਇੱਕ ਗੱਲੋਂ ਮਾੜਾ ਜਿਹਾ ਸਬੂਤ ਇਹਨਾਂ ਨੂੰ ਮਿਲ ਸਕਦਾ, ਜਿਹੜਾ ਇਹਨਾਂ ਨੇ ਜਦੋਂ ਖਾਤੇ ਦਾ ਦਾਅਵਾ ਕੀਤਾ ਸੀ ਤਾਂ ਉਹਨੇ ਇਹਨਾਂ ਨੂੰ ਰੱਖਣੇ ਦਾ ਕੇਸ ਕਰ ਦਿੱਤਾ ਸੀ। ਉਹ ਇੱਕ ਪ੍ਰੂਫ ਇਹਨਾਂ ਨੂੰ ਪੱਕਾ ਕਰਨਾ ਚਾਹੀਦਾ ਵੀ ਮੈਂ ਵਾਈਫ ਸੀ ਕਦੇ ਰੱਖਣਾ ਚਾਹਿਆ। ਇਸ ਤਰ੍ਹਾਂ ਵਾਈਫ ਹੋਣ ਦੇ ਪੱਕੇ ਕੋਈ ਕਾਗਜ਼ ਬਣਾਉਣ, ਮੈਰਿਜ ਸਰਟੀਫਿਕੇਟ ਵਗੈਰਾ। ਉਹ ਤੋਂ ਬਾਅਦ ਆਪਣੇ ਕੇਸ ਨੂੰ ਸੋਲਿਡ ਕਰਨ, ਫਿਰ ਕੁਛ ਹੋ ਸਕਦਾ। ਇਹ ਆਪਣਾ ਪੱਖ ਵੀ ਪਹਿਲਾਂ 100% ਪੱਕਾ ਨਹੀਂ ਅਜੇ ਤੱਕ ਇਹਨਾਂ ਨੇ ਕੀਤਾ। ਦੂਸਰਾ ਇਹ ਆ, ਜਦੋਂ ਤੁਹਾਡਾ ਕੋਰਟ 'ਚ ਕੇਸ ਚੱਲ ਪੈਂਦਾ, ਤੁਸੀਂ ਉਦੋਂ ਹਸਬੈਂਡ ਵਾਈਫ ਦੇ ਹੁੰਦੇ, ਇੱਕ ਦੂਸਰੇ ਦੇ ਦੁਸ਼ਮਣ ਹੁੰਦੇ ਆ। ਉਹਨੇ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰਨੀ ਆ, ਚਾਹੇ ਘਰ ਲਿਜਾ ਕੇ ਹੋਵੇ, ਚਾਹੇ ਪੱਗ ਰੱਖ ਕੇ ਹੋਵੇ, ਕਿਉਂਕਿ ਉਹਨੇ ਉਸ ਮੌਕੇ ਤੋਂ ਆਪਣਾ ਬਚਾਅ ਕਰਨਾ ਹੁੰਦਾ। ਉਹ ਉਹਨਾਂ ਨੇ ਕਰ ਲਿਆ। ਹੁਣ ਇਹਨੂੰ ਆਪਣੇ ਬਚਾਅ ਲਈ ਆਪਣੇ ਪੱਖ ਵਾਸਤੇ ਸਬੂਤ ਵੱਧ ਤੋਂ ਵੱਧ ਇਕੱਠੇ ਕਰਨ ਤੇ ਮੈਂ ਉਹਨਾਂ ਦੀ ਵਾਈਫ ਆ ਮੇਰੇ ਅਧਿਕਾਰ ਆ, ਫਿਰ ਇਹ ਦੱਸ ਸਕਦੇ ਆ। ਔਰ ਫਿਰ ਕੋਰਟ ਵੀ ਕੋਈ ਐਕਸ਼ਨ ਲੈ ਸਕਦਾ। ਅਜੇ ਤੇ ਤਾਂ ਉਹ ਇਹੀ ਸਬੂਤ ਨਹੀਂ ਬਣ ਦਿੰਦਾ ਵੀ ਇਹ ਮੇਰੇ ਵਾਈਫ ਆ। ਇਹ ਇੱਕ ਕਮਜ਼ੋਰੀ ਹੈਗੀ ਇਹਨਾਂ ਦੇ ਕੇਸ ਵਿੱਚ ਬਹੁਤ ਵੱਡੀ, ਕਿ ਜਦੋਂ ਵੀ ਇਹਨਾਂ ਨੇ ਕੋਈ ਗਲਤ ਸਟੈਪ ਲੈਣਾ ਉਹ ਲਿਖਤੀ ਤੌਰ ਤੇ ਲੈਣ, ਕਿਉਂਕਿ ਜਦੋਂ ਕੋਰਟ ਚੱਲ ਜਾਂਦੇ ਗੱਲਾਂ ਬਾਤਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਤੁਸੀਂ ਕਿਸੇ ਨੂੰ ਫੋਨ ਵੀ ਕਰਦੇ ਆ, ਉਹ ਕਿਸੇ ਲਈ ਫੋਨ ਵੀ ਕੋਰਟ ਵਿੱਚ ਤੁਹਾਡੇ ਅਗੇਂਸਟ ਹੋ ਜਾਂਦਾ, ਕਿਉਂਕਿ ਤੁਸੀਂ ਫੋਨ ਤੇ ਉਹਨੂੰ ਕੀ ਕਿਹਾ। ਉਹ ਹਰ ਪਾਸੇ ਤੁਹਾਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰੂਗਾ। ਹੁਣ ਤੁਹਾਨੂੰ ਬੜੇ ਹੁਸ਼ਿਆਰ ਹੋ ਕੇ ਥੋੜ੍ਹਾ ਜਿਹਾ ਚੱਲਣ ਦੀ ਲੋੜ ਹੈਗੀ ਆ ਜੀ। ਧੰਨਵਾਦ ਜੀ। ਧੰਨਵਾਦ। ਓਕੇ ਸਰ। ਓਕੇ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਭੈਣ ਜੀ, ਹੁਸ਼ਿਆਰ ਹੋ ਕੇ ਚੱਲਣ ਦੀ ਲੋੜ ਆ। ਤੇ ਮੈਂ ਜਿਹੜਾ ਫੋਨ ਨੰਬਰ ਹੈ ਜੀ ਲਿਸਨ ਵਾਲਾ, ਉਹ ਥੋੜਾ ਗਲਤ ਬੋਲ ਬੈਠਾ। 416907 4156 ਆ। 416 907 4156 ਜਾਂ 647 558 5004 ਇੱਥੇ ਕਾਲ ਕਰਕੇ ਤੁਸੀਂ ਸੁਣ ਸਕਦੇ ਹੋ। ਭੈਣ ਜੀ ਮਾੜਾ ਜਿਹਾ ਹੋਲਡ ਰੱਖਿਓ ਜੀ। ਆਪਣੇ ਨਾਲ ਸਰੂਜਾ ਜੀ ਹੁਣੀ ਜੁੜੇ ਆ ਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਉਹੀ ਗੱਲ ਜਿਹੜੀ ਕਲੇਸ਼ ਵਾਲੀ ਘਰ ਦੇ ਵਿੱਚ ਚੱਲ ਰਹੀ ਆ। ਸਭ ਤੋਂ ਵੱਧ ਜਿਹੜੀ ਪ੍ਰੋਬਲਮ ਕਲੇਸ਼ ਦੀ ਹੁੰਦੀ ਹੈ ਜਦੋਂ ਵੀ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਆ ਜਾਂ ਇੱਥੋਂ ਤੱਕ ਨੌਬਤ ਆਉਂਦੀ ਆ। ਜਿਸ ਤਰ੍ਹਾਂ ਹੁਣ ਲੋਕਡਾਊਨ ਲੱਗਿਆ, ਕਰਫਿਊ ਲੱਗਿਆ ਹੋਇਆ ਜੀ ਮੌਂਟਰੀਅਲ ਦੇ ਵਿੱਚ। ਹੋਰ ਵੀ ਬੜੇ ਪੂਰੀ ਦੁਨੀਆ ਜਿਹੜੀ ਇਸ ਟਾਈਮ ਬੜੇ ਮਾੜੇ ਹਾਲਾਤਾਂ ਦੇ ਵਿੱਚ ਲੰਘ ਰਹੀ ਆ। ਕਿੰਨੇ ਕੇਸ ਵੱਧ ਰਹੇ ਆ, ਕਿੰਨੇ ਪੋਜ਼ਿਟਿਵ ਹੋ ਰਹੇ। ਕਈ ਬੰਦੇ ਹਸਪੀਟਲ ਚਲ ਜਾਂਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ। ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ। ਜਦੋਂ ਅਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ, ਜਦੋਂ ਘਰਾਂ ਦੇ ਵਿੱਚ ਰਹਿੰਦੇ ਅਸੀਂ ਹਵਾ ਤਵਾ ਖਾਣੇ ਵੀ ਬਹੁਤ ਜ਼ਿਆਦਾ ਆ, ਕਿਉਂਕਿ ਵਿਹਲੇ ਹੁੰਦੇ ਆ ਤੇ ਜ਼ਿਆਦਾ ਧਿਆਨ ਜਿਹੜਾ ਖਾਣ ਵੱਲ ਹੀ ਹੁੰਦਾ। ਤੇ ਕਲੇਸ਼ ਵੀ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪੈਂਦਾ ਹੈ। ਗਰੋਸਰੀ ਜ਼ਿਆਦਾ ਲੱਗਦੀ ਆ
ਤੇ ਇਨਕਮ ਘਟ ਜਾਂਦੀ ਆ, ਉਹਦਾ ਕਰਕੇ ਵੀ ਜਿਹੜੀ ਸਟ੍ਰੈਸ ਬਹੁਤ ਜ਼ਿਆਦਾ ਆਉਂਦੀ ਆ। ਇਹਨਾਂ ਚੀਜ਼ਾਂ ਨੂੰ ਅਸੀਂ ਕਿੱਦਾਂ ਬਚ ਸਕਦੇ, ਇਹਨਾਂ ਚੀਜ਼ਾਂ ਤੋਂ ਕਿੱਦਾਂ ਬਚ ਸਕਦੇ ਆ, ਆਪਾਂ ਸਰੂਜਾ ਜੀ ਉਹਨਾਂ ਕੋਲੋਂ ਪੁੱਛਦੇ ਆ। ਜੀ ਸਵਾਗਤ ਆ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। गुड मॉर्निंग, कैसे हो आप? बस बढ़िया बढ़िया। ਸਰੂਜਾ ਜੀ ਪਹਿਲਾਂ ਤੇ ਇੱਕ ਸਾਡੇ ਬੰਨੇ ਕੇਸ ਆਇਆ ਹੋਇਆ ਜੀ, ਪੁਲਿਸ ਦੇ ਵਿੱਚ ASI ਆ ਉੱਥੇ ਇੰਡੀਆ ਦੇ ਵਿੱਚ, ਤੇ ਉਹ ਆਪਣੀ ਵਾਈਫ ਦੇ ਨਾਲ ਬਹੁਤ ਧੱਕਾ ਕਰ ਰਹੇ ਆ। ਉਹ ਨਾਲ ਹੀ ਆਪਣੇ ਤੇ ਅੱਜ ਕਾਫੀ ਕਾਲਾਂ ਕੀਤੀਆਂ ਪਰ ਉਹ ਫੋਨ ਨਹੀਂ ਚੱਕ ਰਹੇ। ਲੇਡੀਜ਼ ਦੇ ਨਾਲ ਇਦਾਂ ਦਾ ਧੱਕਾ ਬਹੁਤ ਜ਼ਿਆਦਾ ਕੀਤਾ ਜਾਂਦਾ। ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਉਹ $5000 ਰੁਪਇਆ ਦਿੰਦਾ ਸੀਗਾ ਮਹੀਨੇ ਦਾ, ਉਹ ਵੀ ਆਲਮੋਸਟ ਸਾਲ ਤੋਂ ਉੱਪਰ ਹੋ ਗਿਆ, ਉਹਨੇ ਬੰਦ ਕੀਤਾ ਹੋਇਆ। ਤਾਂ ਵਿਚਾਰੀ ਸਮਾਨ ਘਰ ਦੇ ਬਾਹਰ ਰੱਖ ਕੇ ਬੈਠੀ ਆ ਆਪਦੇ ਹਸਬੈਂਡ ਦੇ, ਤੋਂ ਉਹਨੂੰ ਸਮਾਨ ਬਾਹਰ ਰਿਹਾ, ਬਾਰਿਸ਼ ਵੀ ਪੈਣ ਦਾ ਡਰ ਆ ਤੇ ਚੋਰੀ ਵੀ ਹੋ ਸਕਦਾ। ਤਾਂ ਉਹ ਕਿਸੇ ਦੇ ਕੋਲ, ਸਾਡੇ ਜਾਨੀ ਕਿ ਟੀਮ ਮੈਂਬਰ ਹੈ ਭੈਣ ਜੀ ਹੁਣੀ, ਉਹਨਾਂ ਦੇ ਕੋਲ ਰਹਿ ਰਹੀ ਆ। ਤੁਸੀਂ ਕੀ ਕਹਿਣਾ ਚਾਹੋਗੇ ਇੱਕ ਔਰਤ ਹੋਣ ਦੇ ਨਾਤੇ? मैं बस औरतों के नाते यही कहना चाहती हूँ कि औरत एक ऐसी नारी शक्ति है कि वो जो भी चाहे वो कर सकती है, और अपने ये जुल्म से अगर वो आजाद हो जाती है तो हम सबको उसको मिलकर पहले तो हेल्प करनी चाहिए। और दूसरी बात ये है कि वो अभी ऐसे हालात में है कि मेंटली वो बहुत अपसेट हो गई है, स्ट्रेस में वो इतनी आ चुकी है कि उसको सही रास्ता उसके सामने है पर दिखता नहीं है उसको। और मैं तो बोलती हूँ वो बंदे को तो अभी मैं फोन के ऊपर कुछ बोल नहीं सकती हूँ, राइट, पर जो भी किया है उसने बहुत गलत किया है। और उस बंदे का भी यही, मैं देखो बात तो सारी सुखविंदर जी एक ही बात पे आके रहती है, इंसान गलत नहीं होता है पर हालात और उसकी स्ट्रेस लेवल ऐसा आ जाता है कि मजबूर होकर नहीं चाहते हुए ऐसे काम उसको करने पड़ते हैं। आपका जो दिमाग है, इसलिए मैं हमेशा लोगों को कहती हूँ कि आप अपने स्ट्रेस लेवल को इतना भी मत बढ़ा दो कि एक नौबत आपकी ऐसी आ जाए कि आपको ऐसे काम करने पड़े क्रिमिनल। और ये तो वाकई बहुत शर्मजनक बात है ये, और इंडिया में तो ऐसा ये पहला केस नहीं हुआ है सुखविंदर जी, ऐसा तो एवरी मिनट केस होता है। आप रूरल कंट्री में रूरल गांव में जाके देखो कैसा कैसा होता है अत्याचार औरतों के ऊपर। पर क्या कर सकते हैं, मेंटली इंसान जब ठीक नहीं होता है ना तो ऐसे हालात पैदा कर देते हैं वो लोग। इसीलिए हमेशा मैं कहती हूँ अगर आपकी इम्यूनिटी सिस्टम स्ट्रांग होगी तो आप मेंटली भी स्ट्रांग होगे। जब आपकी इम्यूनिटी सिस्टम वो वीक होगी, खाना पीना पेट में नहीं जाएगा तो उसका एंगर बनता है, और वो एंगर फिर स्ट्रेस में चला जाता है, और वो स्ट्रेस फिर वायलेंस में चला जाता है, और वो वायलेंस फिर क्रिमिनल में आता है। तो मैं हमेशा, यहाँ पे भी होता है, ऐसा नहीं है सुखविंदर जी, यहाँ पे भी बहुत होता है, पर कभी कभी बाहर आता नहीं, और औरतें हम जो है चुपचाप सहन करती है। इसलिए मेरे को सारी औरतों को यही कहना चाहती हूँ कि प्लीज, दिस इज a 21 सेंचुरी है, ये नारी शक्ति का देश है। आप अपने जुल्म को सहन मत करो, प्लीज बाहर आओ और जुल्म से निकलो और जुल्म का सामना करो। कुछ भी है तो अब तो कितनी सारी चीजें हमारे लिए तो सुखविंदर जी ये शो भी खत्म पड़ेगा ये बात के लिए। तो फिर मैं चाहती हूँ कि जरूर हम एक ये औरतों के ऊपर जरूर हम एक शो करेंगे स्पेशली, और मैं कपल ऑफ पीपल को जो जानती हूँ जो इसमें बहुत ही ज्यादा हमको प्रभाव दे सकते हैं। पर अभी बात यही आ जाती है इम्यूनिटी सिस्टम की, और आपने सही कहा कि दिन बर दिन इतने केस बढ़ते जा रहे हैं। कल मेरे ऑफिस में 2 लोग आए थे, बोलते मैडम मेरे को कोरोना वायरस हो गया था, ट्रक ड्राइवर था, मैं बाय लॉ नाम नहीं ले सकती, इट्स वेरी कॉन्फिडेंशियल, बट उसकी हालत मैंने देखी क्योंकि 2 महीने पहले वो आया था, और कल मैंने उसको देखा, मैंने क्या हो गया तेरे को, बोलते मैडम आपकी बात मानी नहीं मैंने, और देखो आज ये हालत आ गई, अब मेरे को दवाई चाहिए वो वाली, क्योंकि मेरे को अंग्रेजी दवाई नहीं खानी है, मैं हॉस्पिटल में 15 दिन रह के आया हूँ, मेरे को मालूम है ये लोग क्या करते हैं। तो आपकी बात बिल्कुल सही है, आप फ्री ऑफ चार्ज लोगों को एडवाइस देते हो कि भाई इम्यूनिटी को स्ट्रॉन्ग करो, अपनी सेहत को स्ट्रॉन्ग करो, आपकी किडनी को, लीवर को, जॉइंट पेन को, मसल्स पेन को, अगर एक ही दवाई से इतना सारा फायदा होता है तो और क्या चाहिए। और स्ट्रेस की वजह से तो कॉन्स्टिपेशन आ जाती है, स्ट्रेस की वजह से मोटापा आ जाता है, स्ट्रेस की वजह से आजकल लोगों को बहुत ही चेस्ट पेन स्टार्ट हो जाता है तो उनको हॉस्पिटलाइज होना पड़ता है। होता कुछ भी नहीं है सुखविंदर जी, जस्ट नेचुरल गैस, क्योंकि आप ही सोचो, आप खाना टाइम बाई टाइम खाते हो, लैक ऑफ डाइट, लैक ऑफ स्लीप, लैक ऑफ लाइफस्टाइल, जो मन में आया वो खा लिया, जब मन में आया सो लिया, तो आपकी बॉडी रिस्पॉन्ड नहीं करती है, बिल्कुल नहीं करती है। तो उसकी वजह से फिर ये छोटी मोटी बीमारी आ जाती है, और ये छोटी मोटी प्रॉब्लम से ही बड़ी बीमारी को हम इनवाइट करते हैं। आजकल क्या हो गया सुखविंदर जी, हम लोग बीमारी के गुलाम हो गए, बीमारी हमारी जिंदगी चलाती है,
हम जिंदगी नहीं चलाते हैं, हम बीमारी के गुलाम हो गए, हम दवाइयों के गुलाम हो गए। मैं लोगों से यही कहना चाहती हूँ, इस गुलामी से निकलो। बीमारी क्या है? कुछ भी नहीं है। अगर आप अपने आप को आपकी बॉडी को क्लींस करते हो तो कुछ भी नहीं है। जैसे आपकी गाड़ी को मेंटेनेंस करना जरूरी है, राइट, सर्टेन माइलेज के ऊपर आप नहीं करवाते तो इंजन स्टॉप हो जाता है। उसी तरह हमारा इंजन अगर क्लीन होगा तो अपने आप हर चीज क्लीन हो जाएगी। तो बस मैं यही कहना चाहती हूँ, मैं ज्यादा समय नहीं लूंगी। रिजुना जो है एक नेचुरल प्रोडक्ट है, 150 जड़ी बूटी से बना हुआ है और उसके 1 नहीं 2 नहीं 50 फायदे हैं और ये 2 साल के बच्चे से लेके कोई भी पी सकता है। और साथ साथ में मैं यही कहना चाहती हूँ, मर्दाना कमजोरी सबसे बड़ी वर्ल्ड वाइड प्रॉब्लम है आज। और ये एक ऐसी प्रोडक्ट है सुखविंदर जी जो आपके मसल्स को भी स्ट्रेंथ करते हैं। और इफ यू आर सफरिंग फ्रॉम एनी इरेक्शन और एनी प्रॉब्लम, प्राइवेट प्रॉब्लम आपका कोई भी, मैं बोल नहीं सकती हूँ, पर कोई भी प्राइवेट प्रॉब्लम है आपका, जिसको हार्ट का बाईपास करवाई है, जिसने 2 पांच बाईपास करवाई है, जिसको हाई कोलेस्ट्रॉल है, जिसको हाई ब्लड प्रेशर रहता है और जिन्होंने कोई भी सर्जरी करवाई है, उनके लिए तो बहुत सेफ है, नेचुरल है, इसमें कोई भी पेस्टिसाइड केमिकल्स नहीं है और ये लड़का और लड़की दोनों यूज कर सकते हैं। ये आपका एनर्जी लेवल इंक्रीज करती है, एंटीऑक्सीडेंट है, यू लुक यंगर, यू लुक फील एनर्जाइज और इंप्रूव योर मसल्स एंड ब्लड सर्कुलेशन। तो आप ज्यादा जानकारी के लिए मुझे कॉल कर सकते हैं 647-281-2274। हमारा पता है 1133 डेरी रोड ईस्ट। और आपको किसी भी किस्म की बीमारी है जैसे ब्लड प्रेशर, कोलेस्ट्रॉल, एक्जिमा, पिगमेंटेशन, हेयर लॉस, खास करके जिन लोगों को डायबिटीज और कोलेस्ट्रॉल और वेट लॉस है, उनके लिए हमारे लिए स्पेशल प्रोग्राम है। तो प्लीज ज्यादा जानकारी के लिए आप मुझे कॉल कीजिए 647-281-2274। स्टे सेफ, स्टे हेल्दी एंड आपका बहुत बहुत शुक्रिया। कीप स्माइलिंग। जी थैंक यू जी, थैंक यू। 647-281-2274 ਤੇ ਕਾਲ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ। ਕਾਲ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਨੂੰ ਬਿਮਾਰੀਆਂ ਹੁੰਦੀਆਂ, ਕਈ ਵਾਰੀ ਸੰਗਦੇ ਰਹਿੰਦੇ ਆ ਤੇ ਆਪਾਂ ਹੋਰ ਟਰਬਲ ਦੇ ਵਿੱਚ ਆ ਜਾਂਦੇ। ਧੰਨਵਾਦ ਜੀ ਬਹੁਤ ਬਹੁਤ। ਥੈਂਕ ਯੂ ਜੀ, ਥੈਂਕ ਯੂ, ਬਾਏ ਬਾਏ। ਜੀ ਭੈਣ ਜੀ ਆਪਾਂ ਚੱਲਦੇ ਹਾਂ, ਤੁਹਾਡੇ ਨਾਲ ਕਾਲਰ ਜੁੜੇ ਸੀ। ਜੀ ਭੈਣ ਜੀ। ਹਾਂਜੀ ਭੈਣ ਜੀ। ਹਾਂਜੀ ਵੀਰ ਜੀ। ਹਾਂਜੀ ਹਾਂਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ, ਹਾਂਜੀ ਵੀ ਔਰਤ ਬਾਰੇ ਵੀ ਜਿਸ ਤਰ੍ਹਾਂ ਮਤਲਬ ਕਿ ਔਰਤ ਨੂੰ ਜ਼ੂਤ ਕਰਕੇ ਛੱਡ ਦੇਣਾ, ਪਹਿਲੇ ਉਹਨੂੰ ਵਰਤਣਾ, ਫਿਰ ਉਹਨੂੰ ਛੱਡਣਾ, ਫਿਰ ਬਾਅਦ ਉਹਨੂੰ ਕਹਿਣਾ ਤੂੰ ਗਲਤ ਹੈ। ਪਹਿਲੀ ਗੱਲ ਤੇ ਪਹਿਲਾਂ ਉਹਨੂੰ ਗਲਤ ਕਰਕੇ ਛੱਡ ਗਿਆ, ਉਹਨੂੰ ਕਿਸੇ ਨਾਲ ਕੀ ਗਲਤ ਹੋਣਾ? ਬਲਾਤਕਾਰੀ ਤੇ ਮਰ ਪਿਆ ਵਿਆਹ ਹੋਇਆ ਨਾਲ, ਜਦੋਂ ਔਰਤ ਨੂੰ ਛੱਡ ਜਾਂਦਾ ਹੈ ਗਲਤ ਕੰਮ ਕਰਕੇ, ਬੱਚੇ ਜੰਮ ਕੇ ਛੱਡ ਜਾਂਦਾ ਆ, ਫਿਰ ਰੇਪਿਸਟ ਕੌਣ ਹੋਇਆ? ਇਹ ਮਰਦ ਹੋਇਆ ਕਿ ਔਰਤ ਗਲਤ ਹੋਈ? ਜੀ ਬਿਲਕੁਲ ਜੀ, ਇਹਨਾਂ ਨੂੰ ਵੀ ਸਟਰੋਂਗ ਹੋਣਾ ਪੈਣਾ ਭੈਣ ਜੀ। ਇਦਾਂ ਜਿੰਨਾ ਤੁਸੀਂ ਨਰਮ ਚੱਲਦੇ ਇੰਨੇ ਨਾਲ ਕੁਝ ਨਹੀਂ ਹੋਣਾ, ਕਿਉਂਕਿ ਬੰਦਾ ਬਹੁਤ ਤੇਜ਼ ਆ, ਉਹਦੇ ਕੋਲ ਪਾਵਰ ਆ, ਪੁਲਿਸ ਦੇ ਵਿੱਚ ਆ, ਤੇ ਤੁਹਾਨੂੰ ਸਟਰੋਂਗ ਹੋਣਾ ਪੈਣਾ ਵੀਰ ਜੀ। ਜਦੋਂ ਔਰਤ ਆਪਣੀ ਆਈ ਤੇ ਆ ਜਾਏ ਨਾ, ਤੇ ਇਹੋ ਜਿਹੜੀਆਂ ਵਰਦੀਆਂ ਉਤਰ ਜਾਂਦੀਆਂ ਨੇ ਜੀ ਜੀ, ਇਹੋ ਜਿਹੇ ਬੰਦਿਆਂ ਦੀਆਂ। ਮੇਰੇ ਖਿਆਲ ਚ ਜਿਹੜੇ ਕਾਲਰ ਨੇ, ਇਹ ਭੈਣ ਜੀ ਉਹਨਾਂ ਦਾ ਡਿਵੋਰਸ ਹੋਇਆ ਇੱਕ ਵਾਰ ਨਹੀਂ 2 ਵਾਰ, ਔਰ ਉਸੇ ਘਰ ਦੇ ਵਿੱਚ ਰਹਿ ਰਹੇ ਨੇ। ਧੋਖੇ ਨਾਲ ਮੇਰੇ ਕੋਲ ਡਿਵੋਰਸ ਲਿਆ, ਇੱਕ ਵਾਰੀ ਲਿਆ, ਫਿਰ ਦੂਜੀ ਵਾਰੀ ਲਿਆ। ਤੁਸੀਂ ਦੱਸੋ ਇਹ ਕਿ ਕਾਨੂੰਨ ਹੈਗਾ? ਇੱਕ ਔਰਤ ਨਾਲ 2 ਵਾਰੀ ਡਿਵੋਰਸ ਲਿਆ ਜਾਏ, ਬਾਅਦ ਚ ਉਹਨੂੰ ਬਦਨਾਮ ਕੀਤਾ ਜਾਏ? ਤੁਸੀਂ ਦੱਸੋ ਪਹਿਲਾਂ ਵੀਰ ਜੀ। ਬਿਲਕੁਲ ਜੀ ਬਿਲਕੁਲ। 22 ਸਾਲ ਉਹ ਇਨਸਾਨ ਬਾਹਰ ਗਏ ਨੂੰ ਹੋ ਗਏ, ਅਮਰੀਕਾ ਬੈਠਾ ਆ ਤੇ ਮੇਰੇ ਤੇ ਐਲੀਗੇਸ਼ਨ ਲਾ ਰਿਹਾ, ਇਹਨੇ ਉੱਤੇ ਬਾਹਰ ਦੂਰਬੀਨਾਂ ਥੋੜੀ ਲਾਈਆਂ ਨੇ। ਜਿਹੜਾ ਇਨਸਾਨ 22 ਸਾਲ ਤੋਂ ਇੰਡੀਆ ਨਹੀਂ ਆਇਆ, ਮੇਰੇ ਕਰੈਕਟਰ ਤੇ ਉਂਗਲੀ ਪਾ ਰਿਹਾ ਆ, ਤੁਸੀਂ ਦੱਸੋ ਕਿੰਨਾ ਕੁ ਚੰਗਾ ਬੰਦਾ ਹੋਏਗਾ ਜਿਹਨੇ ਮੈਨੂੰ ਦੇਖਿਆ ਹੀ ਨਹੀਂ ਹੈਗਾ 22 ਸਾਲ ਤੋਂ। ਜੀ ਜੀ ਭੈਣ ਜੀ, ਤੁਹਾਡੀ ਸਟੋਰੀ ਆਪਾਂ ਡਿਫਰੈਂਟ ਕਰਾਂਗੇ ਤੇ ਆਪਣੇ ਨਾਲ ਇੱਥੋਂ ਵੀ ਕਾਲਰ ਜੁੜੇ, ਉਹ ਵੀ ਕਾਲ ਲੈ ਲਈਏ ਭੈਣ ਜੀ। ਮੈਂ ਤੁਲਨਾ ਕਰ ਰਹੀ ਹਾਂ ਸਟੋਰੀ ਦੇ, ਸਾਨੂੰ 14 ਸਾਲ ਉਹਦੇ ਵਾਪਸ ਆ ਸਕਦੇ ਨੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਭੈਣ ਜੀ ਆਪਾਂ ਪਹਿਲੀ ਗੱਲ, ਉਸ ਇਨਸਾਨ ਨੇ ਇਹਦਾ ਬੱਚਾ ਕਰਾਇਆ, ਇੱਕ ਵਾਰੀ ਕਰਾਇਆ, ਠੀਕ ਹੈ ਨਾ? ਕਿਉਂ ਕਰਾਇਆ? ਉਹ ਬੰਦਾ ਖੂਨੀ ਹੈ, ਕਾਤਲੀ ਹੈ, ਸਜ਼ਾ ਹੋਣੀ ਚਾਹੀਦੀ ਫਾਂਸੀ ਦੀ ਉਹਦੇ ਬੰਦੇ ਨੂੰ। ਜੀ ਭੈਣ ਜੀ ਆਪਾਂ ਇੱਥੋਂ ਕਾਲ ਲੈਂਦੇ ਆ ਜੀ। ਹਾਂਜੀ 7141 ਸਵਾਗਤ ਹੈ ਜੀ। ਥੋੜਾ ਸ਼ਾਰਟ ਦੇ ਵਿੱਚ ਰੱਖਿਓ ਆਪਣੇ। ਹੈਲੋ ਸਤਿ ਸ੍ਰੀ ਅਕਾਲ ਜੀ। ਗੱਲ ਇਹ ਆ ਜੀ, ਇਹ ਜਿੱਦਾਂ ਕਹਿ ਲਓ ਵੀ ਇੱਥੇ ਤਾਂ ਜੀ ਇਹ ਕਹਿੰਦੇ ਸੀ ਨਾ ਵੀ ਮਰਦ ਮਤਲਬ ਇੱਥੇ ਮਰਦ ਖੂੰਜੇ ਲੱਗੇ ਹੋਆ, ਔਰਤ ਨੂੰ ਘਰ ਮਿਲਦਾ ਜੇ ਉਹਦਾ ਨਿਆਣਾ ਹੋਵੇ। ਕੈਨੇਡਾ ਦਾ ਕਾਨੂੰਨ ਬਹੁਤ ਸਖਤ ਆ, ਸਾਰੇ ਮਰਦ ਜਿਹੜੇ ਆ ਉਹ ਬਾਹਰ ਕੱਢੇ ਜਾਂਦੇ ਆ ਤਾਂ ਔਰਤ ਨੂੰ ਪ੍ਰਾਪਰਟੀ ਮਿਲਦੀ ਆ। ਇੱਥੇ ਕੈਨੇਡਾ ਦਾ ਤਾਂ ਇਹ, ਉੱਥੇ ਦੇ ਕਾਨੂੰਨ ਜਿਹੜਾ ਉਹ ਠੀਕ ਨਹੀਂ। ਉਹ ਮੈਂ ਇਹਨਾਂ ਦੇ ਨਾਲ ਜਿੱਦਾਂ ਇਹ ਗੱਲ ਕਰ ਰਹੇ ਸੀ ਨਾ ਵੀ ਮੇਰਾ ਕੋਈ ਜਵਾਬ ਦੇਵੇ ਵੀ ਤਾਂ ਪੇਕੇ ਦੀ ਨਾ ਘਰ ਦੀ, ਸ਼ੁਰੂ ਤੋਂ ਕੁੜੀ ਦੇ ਨਾਂ ਪ੍ਰਾਪਰਟੀ ਚਾਹੀਦੀ ਆ। ਜਿਹਦਾ ਕਹਿ ਲਓ ਵੀ ਉਹਦੇ ਨਾਂ ਜਿੰਨੇ ਵੀ ਉਹਦੇ ਖੇਤ, ਉਹਦਾ ਹਿੱਸਾ, ਚੌਥਾ ਹਿੱਸਾ ਜਿੰਨਾ ਵੀ ਜਦੋਂ ਜੰਮਦੀ ਧੀ ਆ ਨਾ ਕਿਸੇ ਦੀ, ਉਹਦੇ ਨਾਂ ਪ੍ਰਾਪਰਟੀ ਹੋਵੇ
ਤੇ ਇਹ ਅਕਸਰ ਹੁੰਦਾ ਆ, ਜੇ ਤਾਂ ਭਰਾ ਪ੍ਰਾਪਰਟੀ ਲੈ ਜਾਵੇ ਤਾਂ ਕੋਈ ਨੁਕਸਾਨ ਨਹੀਂ, ਉਹਦੇ ਵਿੱਚ ਸਾਰਾ ਹੀ ਵਿਆਹ ਸ਼ਾਦੀਆਂ ਤੇ ਵੀ ਜਾਣਾ। ਜੇ ਔਰਤ ਪ੍ਰਾਪਰਟੀ ਲੈ ਜਾਵੇ ਉਹਨਾਂ ਮਿਲਦਾ ਵਰਤਦਾ ਨਹੀਂ ਉੱਥੇ ਦਾ ਸਮਾਜ। ਤੇ ਇਹ ਸਾਨੂੰ ਚਾਹੀਦਾ ਵੀ ਕਾਨੂੰਨ ਦੇ ਵਿੱਚ ਚੇਂਜ ਉੱਥੇ ਆਉਣੀ ਚਾਹੀਦੀ, ਲੀਡਰਾਂ ਤੋਂ, ਮਤਲਬ ਜਿੰਨੇ ਵੀ ਉੱਥੇ ਲੀਡਰ ਆਉਂਦੇ ਉਹਨਾਂ ਤੋਂ ਕੁਐਸਚਨ ਕਰੋ ਤੇ ਪ੍ਰਾਪਰਟੀ ਦੇ ਇਹਦਾ ਹੱਕ ਹੋਣਾ ਚਾਹੀਦਾ। ਉਹ ਵਿਆਹ ਕਰਾਵੇ ਨਾ ਕਰਾਵੇ ਉਹ ਉਹਦੀ ਮਰਜ਼ੀ ਵੀ ਹੋਣੀ ਚਾਹੀਦੀ। ਮੈਂ ਵਿਆਹ ਕਰਾਵਾਂ ਜਾਂ ਨਾ ਕਰਾਂ। ਜੀ ਆਪਣਾ ਸਮਾਂ ਜੀ ਆਪਾਂ 2 ਕਾਲਾਂ ਜਿਹੜੀਆਂ 20 ਸੈਕਿੰਡ ਚ ਲੈਣੀਆਂ। ਹਾਂਜੀ 18-16 ਸਵਾਗਤ ਹੈ ਜੀ। ਹਾਂ ਜੀ ਚੰਨੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੇਖੋ ਗੱਲ ਏਦਾਂ ਆ ਵੀ ਹਮੇਸ਼ਾ ਬਹਿ ਕੇ ਮਸਲੇ ਸੁਲਝਾਉਣੇ ਚਾਹੀਦੇ ਆ। ਇਹ ਜ਼ਰੂਰੀ ਨਹੀਂ ਹੈ ਕਿ ਹਰ ਔਰਤ ਸਹੀ ਹੁੰਦੀ ਹੈ ਤੇ ਹਰ ਮਰਦ, ਕਿਉਂਕਿ ਜਿਹੜੇ ਹਿਸਾਬ ਨਾਲ ਇਹਨਾਂ ਦੱਸਿਆ ਉਸ ਹਿਸਾਬ ਨਾਲ ਹੋ ਸਕਦਾ ਬੰਦਾ ਆਪਣੇ ਰੁਤਬੇ ਦਾ ਵੀ ਫਾਇਦਾ ਲੈਂਦਾ ਤੇ ਏਦਾਂ ਜਨਾਨੀਆਂ ਦਾ ਵੀ ਜੇ ਕੋਈ ਰੁਤਬਾ ਹੁੰਦਾ ਨਾ ਜਿਹੜੀਆਂ ਚੰਗੇ ਅਹੁਦੇ ਤੇ ਹੁੰਦੀਆਂ ਨਾ ਘੱਟ ਉਹ ਵੀ ਨਹੀਂ ਕਰਦੀਆਂ। ਸੋ ਇਸ ਕਰਕੇ ਤਾੜੀ ਇੱਕ ਫਲਾਣੇ ਵੱਜਦੀ ਹੁੰਦੀ। ਮੇਰੀ ਬੇਨਤੀ ਇਹ ਹੁੰਦੀ ਆ ਵੀ ਇਹ ਇੱਕ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਾ ਖਰਾਬ ਕਰਿਆ ਕਰੋ। ਇਹਦਾ ਕੁਝ ਨਹੀਂ ਜਾਂਦਾ। ਜਿੱਦਾਂ ਕੁਝ ਲੋਕ ਅੱਗੇ ਲੱਗ ਕੇ ਜਨਾਨੀਆਂ ਲੋਕਾਂ ਦੇ ਘਰ ਪੱਟ ਦਿੰਦੀਆਂ ਨੇ, ਬਹੁਤ ਕੇਸ ਹੋਏ। ਮੈਂ ਇਹ ਕੇਸ ਦੀ ਨਹੀਂ ਗੱਲ ਕਰਦਾ, ਬਹੁਤ ਕੇਸ ਇਹੋ ਜਿਹੇ ਹੋਏ ਆ ਜਿੱਥੇ ਜਨਾਨੀਆਂ ਬਹੁਤ ਘਰ ਪੱਟਦੀਆਂ। ਖਾਸ ਕਰਕੇ ਸਹੇਲੀਆਂ ਜਿਹੜੀਆਂ ਦੋਸਤ ਹੁੰਦੀਆਂ ਨਾ ਉਹੀ ਜ਼ਿਆਦਾ ਘਰ ਪੱਟਦੀਆਂ ਹੁੰਦੀਆਂ। ਏਦਾਂ ਥਾਂ ਤੇ ਜਾ ਕੇ ਰੌਲਾ ਪਾਉਣ ਨਾਲ ਕੁਝ ਨਹੀਂ ਹੋਣਾ। ਘੱਟੋ ਘੱਟ ਆਪਣੇ ਘਰ ਦਾ ਧਿਆਨ ਆਪ ਰੱਖਿਆ ਕਰੀਏ ਜੀ। ਧੰਨਵਾਦ ਜੀ। ਭੈਣ ਜੀ ਐਂਡ ਦੇ ਵਿੱਚ ਕੀ ਕਹਿਣਾ ਚਾਹੋਗੇ? ਆਪਣਾ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਆ, ਗੱਲ ਪੂਰੀ ਹੋਈ ਨਹੀਂ, ਕਾਲ ਆਪਣੀ ਲੇਟ ਲੱਗੀ ਅੱਜ ਜੀ। ਐਵੇਂ ਬਕਵਾਸ। ਹੈਲੋ ਲਖਵੰਤ ਜੀ ਬੋਲੋ। ਹਾਂਜੀ ਵੀਰ ਜੀ ਮੈਂ ਤਾਂ ਹੁਣ ਫਿਰ ਇਹੀ ਹੈ ਕਿ ਤਲਾਕ ਦਿਆਂ ਏਦਾਂ ਦੇ ਹਜ਼ਾਰਾਂ ਲੱਖਾਂ ਕੁਲਦੀਪ ਨੇ। ਜੇ ਤੇ ਮੇਰੇ ਤਲਾਕ ਲਿਆ ਮਤਲਬ ਕਿ ਇਹਨੇ ਜਿਹੜੇ ਹੋਰ ਤੰਗ ਪਰੇਸ਼ਾਨ ਤੇ ਜਨਾਨੀਆਂ ਜਿਹੜੀਆਂ ਘੁੱਟ ਘੁੱਟ ਕੇ ਜ਼ਿੰਦਗੀ ਜਿਹੜੀਆਂ ਮੇਰੀਆਂ ਭੈਣਾਂ ਜੀ ਰਹੀਆਂ ਨੇ ਹਨਾ, ਮੈਂ ਤਾਂ ਚਲੋ ਬਾਹਰ ਆ ਗਈ ਆ ਵੀ ਮਤਲਬ ਕਿ ਹੋਲੇ ਮੈਂ ਦੁੱਖ ਨਹੀਂ ਸਹਿਣਾ, ਜ਼ੁਲਮ ਨਹੀਂ ਸਹਿਣੇ ਤੇ ਤਲਾਕ ਮੈਂ ਤਾਂ ਆਵਾਂ ਨਾ ਜੇ ਕੋਈ ਸੋਲੂਸ਼ਨ ਨਿਕਲ ਜੇ, ਬਾਕੀਆਂ ਦਾ ਕੋਈ ਸੁਧਾਰ ਹੋ ਜੇ। ਇੱਕ ਇਹਨਾਂ ਨੇ ਵਿਆਹ ਇੱਕ ਦੋ ਵਿਆਹ ਕਰਾਏ ਨੇ, ਕੁਛ ਇੱਧਰ ਵਿਆਹ ਕਰਾਇਆ ਤੇ ਬਾਹਰ ਚਲ ਗਏ, ਬਾਹਰ ਜਾ ਕੇ ਫਿਰ ਵਿਆਹ ਕਰਾ ਲੈਂਦੇ ਨੇ, ਜਾਂ ਜਿਹੜੇ ਇੱਧਰ ਨੌਕਰੀ ਕਰਦੇ ਨੇ ਇੱਕ ਘਰ ਰੱਖੀਏ ਤੇ ਇੱਕ ਦੋ ਬਾਹਰ ਰੱਖੀਆਂ ਨੇ ਜੀ। ਰਾਜਵਿੰਦਰ ਭੈਣ ਜੀ ਤੁਸੀਂ ਇੱਕ ਵਾਰੀ ਹੋਰ ਟਰਾਈ ਕਰੋ ਕੁਲਦੀਪ ਸਿੰਘ ਹੋਣਾ ਨਾਲ, ਜੇ ਉਹ ਜੁੜਦੇ ਆ ਤਾਂ ਆਪਾਂ ਉਹਨਾਂ ਨੂੰ ਕੱਲ ਨੂੰ ਵੀ ਲਿਆ ਸਕਦੇ ਆ, ਕੱਲ ਨੂੰ ਵੀ ਸਮਾਂ ਕੱਢ ਲੈਨੇ, ਕਿਉਂਕਿ ਹਾਲੇ ਗੱਲ ਪੂਰੀ ਨਹੀਂ ਹੋਈ। ਜਿੰਨਾ ਚਿਰ ਉਹਨਾਂ ਦੀ ਗੱਲ ਆਪਾਂ ਸੁਣਦੇ ਨਹੀਂਗੇ ਤੇ ਮਸਲੇ ਦਾ ਕੋਈ ਹੱਲ ਨਹੀਂਗਾ। ਹਾਂਜੀ ਮੈਂ ਕਾਲ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੀ, ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਉਹ ਔਨ ਕਾਲ ਹੋਣ ਸਾਡੇ ਨਾਲ, ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਇਗਨੋਰ ਕੀਤਾ ਇਹਨਾਂ ਸਾਰੀਆਂ ਚੀਜ਼ਾਂ ਨੂੰ, ਔਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਫੋਨ ਹੀ ਸਵਿਚ ਆਫ ਕਰਕੇ ਰੱਖ ਦਿੱਤੇ। ਉਹਨਾਂ ਦੇ ਡਿਪਾਰਟਮੈਂਟ ਦੇ ਨਾਲ ਵੀ ਮੇਰਾ ਕੰਟੈਕਟ ਹੋਇਆ, ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਮੈਡਮ ਤੁਸੀਂ ਜਿੱਥੇ ਵੀ ਕਹੋਗੇ ਸਾਡੀ ਹੈਲਪ ਦੀ ਜਿੱਥੇ ਵੀ ਜ਼ਰੂਰਤ ਆ, ਠੀਕ ਆ ਅਸੀਂ ਤੁਹਾਡੇ ਨਾਲ ਆ। ਇਹ ਗਲਤ ਗੱਲ ਆ ਬਿਲਕੁਲ, ਪਰ ਉਸ ਬੰਦੇ ਨੇ ਕਿਸੇ ਦਾ ਵੀ ਫੋਨ ਜਿਹੜਾ ਪਿਕ ਨਹੀਂ ਕੀਤਾ। ਬਿਲਕੁਲ ਜੀ। ਆਪਣਾ ਭੈਣ ਜੀ ਸਮਾਂ ਸਮਾਪਤ ਆ ਤੇ ਤੁਸੀਂ ਟਰਾਈ ਕਰਿਓ, ਆਪਾਂ ਟਰਾਈ ਕਰਾਂਗੇ ਕੱਲ ਨੂੰ ਫਿਰ ਇੱਕ ਵਾਰੀ ਜੁੜਨ ਦੀ। ਬਹੁਤ ਬਹੁਤ ਧੰਨਵਾਦ ਜੀ। ਤੇ ਤੁਸੀਂ ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਨੰਬਰ 5149169593 ਸੰਦੀਪ ਭੱਟੀ ਜੀ ਹੁਣੀ ਪ੍ਰੋਗਰਾਮ ਲੈ ਕੇ ਸਟੂਡੀਓ 'ਚ ਪਹੁੰਚ ਚੁੱਕੇ ਆ। ਦਿਓ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।